ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪਹਿਲਾ। ਜਿਤ ਦਰ ਵਸਹਿ ਕਵਨ ਦਰ ਕਹੀਐ, ਦਰ ਭੀਤਰ ਦਰ ਕਵਨ ਲਹੈ, ਦਰਾ ਭੀਤਰ ਦਰ ਕਵਨ ਲਹੈ। ਜਿਸ ਦਰ ਕਾਰਣ ਫਿਰਾਇ ਉਦਾਸੀ, ਸੋ ਦਰ ਕੋਈ ਆਏ ਕਹੈ। ਜਿਤ ਦਰ ਵਸਹਿ ਕਵਨ ਦਰ ਕਹੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗੀ ਅਟਲ, ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ, ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪਹਿਲਾ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੇ ਪਾਤਸ਼ਾਹ, ਤਿੰਨਾਂ ਦੇ ਚਰਨ ਕਮਲਾਂ ਪਾਸ ਸਿੱਧਾਂ ਨੇ ਕੁਝ ਪ੍ਰਸ਼ਨ ਕੀਤੇ, ਜਿਨ੍ਹਾਂ ਪ੍ਰਸ਼ਨਾਂ ਨੂੰ ਸਤਿਗੁਰੂ ਜੀ ਆਪਣੇ ਪਾਵਨ ਮੁਖਾਰਬਿੰਦ ਉਚਾਰਨ ਕਰਕੇ ਉੱਤਰ ਬਖਸ਼ਦੇ ਹਨ। ਪ੍ਰਸ਼ਨ ਨੰਬਰ 1, ਆਓ ਪਿਆਰ ਨਾਲ ਸੁਣੋ। ਜਿਸ ਦਰ ਵਸਹਿ, ਜਿਤ ਦਰ ਵਸਹਿ ਕਵਨ ਦਰ ਕਹੀਐ। ਜਿਸ ਅਸਥਾਨ ਦੇ ਵਿੱਚ ਪਰਮੇਸ਼ਰ ਵਸਦਾ ਹੈ, ਉਹ ਅਸਥਾਨ ਕਿਹੜਾ ਆਖੀਦਾ ਹੈ? ਦਰਾ ਭੀਤਰ ਦਰ ਕਵਨ ਲਹੈ। ਅਸਥਾਨਾਂ ਦੇ ਵਿੱਚੋਂ ਪ੍ਰਭੂ ਦੀ ਪ੍ਰਾਪਤੀ ਦਾ ਸਥਾਨ ਕਿਹੜਾ ਪ੍ਰਾਪਤ ਕਰ ਸਕਦਾ ਹੈ? ਜਿਸ ਦਰ ਕਾਰਣ ਫਿਰਾਇ ਉਦਾਸੀ। ਜਿਸ ਅਸਥਾਨ ਦੇ ਵਾਸਤੇ ਮੇਰੇ ਚਿੱਤ ਦੀ ਬਿਰਤੀ ਉਪਰਾਮ ਹੋਈ ਫਿਰਦੀ ਹੈ, ਸੋ ਦਰ ਕੋਈ ਆਏ ਕਹੈ। ਉਹ ਪ੍ਰਭੂ ਦੀ ਪ੍ਰਾਪਤੀ ਵਾਲਾ ਸਥਾਨ ਕੋਈ ਆ ਕੇ ਮੈਨੂੰ ਕਹਿਣਾ ਕਰੇ। ਇਹ ਪਹਿਲਾ ਪ੍ਰਸ਼ਨ। ਇਹਦੇ ਵਿੱਚ ਹੀ ਹੁਣ ਦੂਸਰਾ ਪ੍ਰਸ਼ਨ ਸੁਣੋ ਇਸੇ ਤਰ੍ਹਾਂ। ਜਿਤ ਦਰ ਵਸਹਿ ਕਵਨ ਦਰ ਕਹੀਐ। ਜਿਸ ਸਾਧਨ ਰੂਪੀ ਦਰ ਵਿੱਚ ਪ੍ਰਭੂ ਵਸਦਾ ਹੈ, ਉਹ ਕਿਹੜਾ ਸਾਧਨ ਰੂਪੀ ਦਰ ਕਹੀਦਾ ਹੈ? ਦਰਾ ਭੀਤਰ ਦਰ ਕਵਨ ਲਹੈ। ਸਾਧਨ ਰੂਪੀ ਦਰਾਂ ਵਿੱਚੋਂ ਪ੍ਰਭੂ ਦੀ ਪ੍ਰਾਪਤੀ ਵਾਲਾ ਸਾਧਨ ਰੂਪੀ ਦਰ ਕੌਣ ਪ੍ਰਾਪਤ ਕਰਦਾ ਹੈ? ਜਿਸ ਦਰ ਕਾਰਣ
ਫਿਰਾਇ ਉਦਾਸੀ। ਜਿਸ ਸਾਧਨ ਰੂਪੀ ਦਰ ਦੀ ਪ੍ਰਾਪਤੀ ਵਾਸਤੇ ਮੇਰੇ ਚਿੱਤ ਦੀ ਬਿਰਤੀ ਉਦਾਸ ਹੋਈ ਫਿਰਦੀ ਹੈ। ਸੋ ਦਰ ਕੋਈ ਆਏ ਕਹੈ। ਉਹ ਸਾਧਨ ਰੂਪੀ ਦਰ ਕੋਈ ਆ ਕੇ ਮੈਨੂੰ ਕਹਿਣਾ ਕਰੇ। ਇਹ ਦੂਜਾ ਪ੍ਰਸ਼ਨ ਸੀਗਾ। ਇਸ ਦੇ ਵਿੱਚ ਹੀ ਹੁਣ ਤੀਜਾ ਪ੍ਰਸ਼ਨ ਹੈ। ਇਸੇ ਤਰ੍ਹਾਂ ਜਿਤ ਦਰ ਵਸ ਹੈ ਕਵਨ ਦਰ ਕਹੀਐ। ਜਿਸ ਮਹਾਤਮਾ ਦੇ ਹਿਰਦੇ ਰੂਪੀ ਦਰ ਵਿੱਚ ਪਰਮਾਤਮਾ ਵਸਦਾ, ਉਹ ਮਹਾਤਮਾ ਰੂਪੀ ਦਰ ਕਿਹੜਾ ਆਖੀਦਾ ਹੈ? ਦਰਾ ਪੀਤਰ ਦਰ ਕਵਨ ਲਹੈ। ਦਰਾ ਪੀਤਰ ਸੰਤਾਂ ਵਿੱਚੋਂ ਜਿਸ ਸੰਤ ਨੇ ਪ੍ਰਭੂ ਨੂੰ ਪ੍ਰਗਟ ਕਰ ਲਿਆ ਹੈ, ਉਹ ਸੰਤ ਨੂੰ ਕੌਣ ਪ੍ਰਾਪਤ ਕਰ ਸਕਦਾ ਹੈ? ਜਿਸ ਦਰ ਕਾਰਣ ਫਿਰਾਇ ਉਦਾਸੀ। ਜਿਸ ਦਰ ਭਾਵ ਸੰਤ ਦੇ ਦਰਸ਼ਨਾਂ ਕਾਰਨ ਮੇਰੇ ਚਿੱਤ ਦੀ ਬਿਰਤੀ ਉਦਾਸ ਹੋਈ ਫਿਰਦੀ ਹੈ, ਉਹ ਸੋ ਦਰ ਕੋਈ ਆਏ ਕਹੈ। ਉਹ ਸੰਤ ਰੂਪ ਦਰ ਬਾਰੇ ਕੋਈ ਆ ਕੇ ਸਾਨੂੰ ਕਹਿਣਾ ਕਰੇ। ਜਿਤ ਦਰ ਵਸ ਹੈ ਕਵਨ ਦਰ ਕਹੀਐ। ਇਸੇ ਤਰ੍ਹਾਂ ਹੁਣ ਚੌਥਾ ਪ੍ਰਸ਼ਨ ਇਹਦੇ ਵਿੱਚੋਂ ਹੀ ਕੱਢਦੇ ਨੇ। ਜਿਸ ਸ਼ਾਸਤਰ ਰੂਪੀ ਦਰ ਦੁਆਰਾ ਪਰਮਾਤਮਾ ਵਿੱਚ ਵਸ ਜਾਈਏ, ਉਹ ਸ਼ਾਸਤਰ ਰੂਪੀ ਦਰ ਕਿਹੜਾ ਕਥਨ ਕਰੀਦਾ ਹੈ? ਦਰਾ ਪੀਤਰ ਦਰ ਕਵਨ ਲਹੈ। ਸ਼ਾਸਤਰਾਂ ਵਿੱਚੋਂ ਜੇ ਸ਼ਾਸਤਰ ਦੁਆਰਾ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ, ਉਸ ਸ਼ਾਸਤਰ ਦੁਆਰਾ ਕਿਸ ਨੇ ਪ੍ਰਭੂ ਦੀ ਪ੍ਰਾਪਤੀ ਕੀਤੀ ਹੈ? ਜਿਸ ਦਰ ਕਾਰਣ ਫਿਰਾਇ ਉਦਾਸੀ। ਜਿਸ ਸ਼ਾਸਤਰ ਗਿਆਨ ਰੂਪੀ ਦਰ ਦੇ ਵਾਸਤੇ ਮੇਰੇ ਚਿੱਤ ਦੀ ਬਿਰਤੀ ਉਪਰਾਮ ਹੋਈ ਫਿਰਦੀ ਹੈ, ਸੋ ਦਰ ਕੋਈ ਆਏ ਕਹੈ। ਉਹ ਸ਼ਾਸਤਰ ਰੂਪੀ ਦਰ ਕੋਈ ਆਣ ਕੇ ਮੈਨੂੰ ਕਹਿਣਾ ਕਰੇ। ਇਹਨਾਂ ਦੋ ਤੁਕਾਂ ਵਿੱਚ ਚਾਰ ਪ੍ਰਕਾਰ ਦੇ ਪ੍ਰਸ਼ਨ ਕਥਨ ਕੀਤੇ ਨੇ। ਇਹਨਾਂ ਚੌਹਾਂ ਪ੍ਰਸ਼ਨਾਂ ਦਾ ਉੱਤਰ ਵੀ ਇਹਨਾਂ ਤੁਕਾਂ ਦੇ ਵਿੱਚੋਂ ਹੀ ਆਪ ਨੇ ਸਮਝਣਾ। ਉੱਤਰ ਨੰਬਰ 1 ਜਿਹੜਾ ਸਵਾਲ ਸੀਗਾ ਕਿ ਜਿਸ ਸਥਾਨ ਦੇ ਪਰਮੇਸ਼ਰ ਵਸਦਾ, ਉਹ ਸਥਾਨ ਕਿਹੜਾ ਆਖੀਦਾ? ਲੋ ਪਿਆਰ ਨਾਲ ਸੁਣੋ। ਜਿਤ ਦਰ ਵਸ ਹੈ ਕਵਨ ਦਰ ਕਹੀਐ। ਜਿਸ ਅਸਥਾਨ ਵਿੱਚ ਪਰਮਾਤਮਾ ਵਸਦਾ, ਉਹ ਤੁਰਿਆ ਪਦ ਰੂਪੀ ਦਰ ਕਹੀਦਾ ਹੈ ਤੇ ਕਾਮਣ ਦਰ ਕਹੀਐ। ਹੋਰ ਕਿਹੜਾ ਹੈ ਜੋ ਤੁਰਿਆ ਪਦ ਨੂੰ ਕਹਿ ਸਕਦਾ ਹੈ? ਦਰਾ ਪੀਤਰ ਦਰ ਕਵਨ ਲਹੈ। ਭਾਵ ਕੋਈ ਨਹੀਂ ਹੈ। ਤੁਰਿਆ ਪਦ ਦੇ ਗਿਆਨ ਵਿੱਚੋਂ ਤੁਰਿਆ ਪਦ ਨੂੰ ਕੌਣ ਲੱਗ ਸਕਦਾ ਹੈ? ਭਾਵ ਗੁਰੂ ਜੀ ਆਪ ਹੀ ਜਾਣਦੇ ਹਨ। ਜਿਸ ਦਰ ਕਾਰਣ ਫਿਰਾਇ ਉਦਾਸੀ। ਜਿਸ ਦਰ ਦੇ ਕਾਰਨ ਮੇਰੀ ਚਿੱਤ ਦੀ ਬਿਰਤੀ ਉਦਾਸ ਤੁਰੀ ਫਿਰਦੀ ਹੈ, ਸੋ ਦਰ ਕੋਈ ਆਏ ਕਹੈ। ਉਹ ਤੁਰਿਆ ਪਦ ਰੂਪ ਦਰ ਹੈ। ਉਹ ਦਰ ਕੋਈ ਆਣ ਕੇ ਕਹੇ। ਭਾਵ ਸਤਿਗੁਰੂ ਜੀ ਹੀ ਤੁਰਿਆ ਪਦ ਦੇ ਬਾਰੇ ਦੱਸਦੇ ਹਨ। ਜਿਤ ਦਰ ਵਸ ਹੈ ਕਵਨ ਦਰ ਕਹੀਐ। ਇਹ ਦੂਜਾ ਸਵਾਲ ਸੀਗਾ ਕਿ ਸਾਧਨ ਰੂਪੀ ਦਰ ਜਿਹਦੇ ਵਿੱਚ ਪਰਮਾਤਮਾ ਵਸਦਾ, ਉਹ ਸਾਧਨ ਕਿਹੜਾ ਹੈ? ਤਾਂ ਮਹਾਰਾਜ ਉੱਤਰ ਬਖਸ਼ਦੇ, ਜੇ ਸਾਧਨ ਰੂਪੀ ਦਰ ਵਿੱਚ ਪਰਮਾਤਮਾ ਵਸਦਾ, ਉਹ ਹਉਮੈ ਤਿਆਗਣੀ ਹੈ, ਨਾਮ ਦੇ ਵਿੱਚ ਲਿਵ ਲਾਉਣੀ ਹੈ ਤੇ ਭਾਣਾ ਮੰਨਣ ਰੂਪ ਸ੍ਰੇਸ਼ਟ ਸਾਧਨ ਕਹੀਦਾ ਹੈ। ਇਹ ਸਾਧਨ ਨੂੰ ਕੌਣ ਕਹਿ ਸਕਦਾ? ਭਾਵ ਸਤਿਗੁਰੂ ਨਾਨਕ ਦੇਵ ਜੀ ਹੀ ਕਹਿ ਸਕਦੇ ਨੇ। ਇਹਨਾਂ ਤੋਂ ਬਗੈਰ ਕੌਣ ਹੈ? ਜਿਵੇਂ ਭਾਈ ਭਗੀਰਥ ਨੂੰ ਦੇਵੀ ਨੇ ਜਵਾਬ ਦੇ ਦਿੱਤਾ ਸੀ। ਮਲਸੀਆਂ ਪਿੰਡ ਦਾ ਇਹ ਸਰਪੰਚ ਸੀ। ਦਿਨ ਰਾਤ ਸਮਾਧੀ ਲਈ ਬੈਠਾ ਰਿਹਾ। ਇੱਕ ਦਿਨ ਮੰਦਰ ਦੇ ਵਿੱਚ ਮੂਰਤੀ ਦੇ ਸਨਮੁਖ ਜਦ ਅੰਮ੍ਰਿਤ ਵੇਲੇ ਤੋਂ ਬੈਠਾ, ਰਾਤ ਦੇ 12 ਵੱਜ ਗਏ, ਫਿਰ ਵੀ ਨਾ ਉੱਠਿਆ, ਅੱਖ ਵੀ ਨਾ ਪੁੱਟੀ, ਨਾ ਕੁਝ ਖਾਧਾ ਨਾ ਪੀਤਾ। ਦੇਵੀ ਬਹੁਤ ਪ੍ਰਸੰਨ ਹੋਈ। ਅੰਮ੍ਰਿਤ ਵੇਲੇ ਦਾ ਚੜ੍ਹਾਅ ਹੋਇਆ, ਇਹਦੀ ਅੱਖ ਲੱਗ ਗਈ, ਥੋੜੀ ਨੀਂਦਰ ਆ ਗਈ।
ਸੁਪਨੇ ਵਿੱਚ ਦੇਵੀ ਪ੍ਰਗਟ ਹੋ ਕੇ ਕਹਿਣ ਲੱਗੀ, ਹਾਂ ਭਗਤਾ ਦੱਸ ਕੀ ਚਾਹੁੰਦਾ। ਕਹਿੰਦਾ ਮੈਨੂੰ ਤਾਂ ਮੁਕਤੀ ਚਾਹੀਦੀ ਹੈ, ਸੋ ਗਿਆਨ ਤੋਂ ਬਗੈਰ ਪ੍ਰਾਪਤ ਨਹੀਂ ਹੋ ਸਕਦੀ। ਪਹਿਲਾਂ ਬ੍ਰਹਮ ਗਿਆਨ ਦੇ, ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਫਿਰ ਮੈਨੂੰ ਤਾਰ ਦੇ, ਬ੍ਰਹਮ ਗਿਆਨੀ ਬਣਾ ਕੇ ਮੁਕਤੀ ਦੇ। ਕਹਿਣ ਲੱਗੀ ਕੁਝ ਹੋਰ ਮੰਗ ਲੈ, ਕੋਈ ਪਦਾਰਥ, ਕੋਈ ਕਿਸੇ ਕਿਸਮ ਦੀ ਹੋਰ ਇੱਛਾ। ਕਹਿਣ ਲੱਗਾ, ਹੇ ਮਾਤਾ ਤੇਰਾ ਦਿੱਤਾ ਮੇਰੇ ਕੋਲ ਸਭ ਕੁਝ ਹੈ, ਕਿਉਂਕਿ ਮੈਂ ਸਰਪੰਚ ਹਾਂ, ਕਿਸੇ ਚੀਜ਼ ਦੀ ਕੋਈ ਘਾਟ ਨਹੀਂ, ਪਰ ਇੱਕ ਪਰਲੋਕ 'ਚ ਸਹਾਇਤਾ ਚਾਹੀਦੀ ਹੈ, ਮੈਨੂੰ ਮੁਕਤੀ ਦੇ। ਕਹਿਣ ਲੱਗੀ ਕਿ ਮੁਕਤ ਤਾਂ ਅਸੀਂ ਖੁਦ ਆਪ ਵੀ ਨਹੀਂ ਹਾਂ ਦੇਵੀ ਦੇਵਤੇ, ਹਾਂ ਮੈਂ ਤੈਨੂੰ ਭਰ ਦਿੰਦੀ ਹਾਂ, ਤੈਨੂੰ ਗਿਆਨ ਮੁਕਤੀ ਪ੍ਰਾਪਤ ਹੋ ਜਾਏਗੀ, ਪਰ ਹੋਏਗੀ ਇੱਥੋਂ 10 ਮੀਲ ਪਰੇ। ਸੁਲਤਾਨਪੁਰ ਲੋਧੀ ਨਗਰ ਵਸਦਾ, ਉੱਥੇ ਹੱਟ ਸਾਹਿਬ ਦੀ ਕਾਰ ਕਰ ਰਹੇ ਨੇ, ਖੁਦ ਪਰਮਾਤਮਾ ਗੁਰੂ ਨਾਨਕ ਨਾਮ ਰਖਾ ਕੇ ਚੋਜ ਵਰਤਾ ਰਹੇ ਨੇ। ਤੂੰ ਉਹਨਾਂ ਦੇ ਚਰਨਾਂ ਵਿੱਚ ਹਾਜ਼ਰ ਹੋ ਜਾ, ਆਪਦੀ ਫਰਿਆਦ ਕਰ, ਉਹ ਜ਼ਰੂਰ ਸੁਣਨਗੇ। ਇਉਂ ਦੇਵੀ ਵਰ ਦੇ ਕੇ ਅਲੋਪ ਹੋ ਗਈ। ਪੀਪਾ ਭਗਤ ਜੀ ਬਾਬਤ ਵੀ ਆਪਾਂ ਪ੍ਰਸੰਗ ਸੁਣਿਆ ਸੀ ਕੱਲ ਪਰਸੋਂ, ਕਿ ਤੂੰ ਕਹੀਅਤ ਹੀ ਆਦ ਭਵਾਨੀ, ਮੁਕਤ ਕੀ ਬਰੀਆ ਕਾਹਾਂ ਛਪਾਨੀ, ਗੁਰਮਤਿ ਰਾਮ ਨਾਮ ਗਹੁ ਮੀਤਾ, ਪਰਨ ਮੈਂ ਨਾਮਾ ਇਉਂ ਕਹਿ ਗੀਤਾ। ਭਗਤ ਨਾਮਦੇਵ ਜੀ ਕਹਿੰਦੇ ਨੇ ਕਿ ਪੀਪੇ ਭਗਤ ਨੂੰ ਇੰਝ ਹੀ ਦੇਵੀ ਨੇ ਪੁੱਛਿਆ, ਜਦ ਉਹਨੇ ਮੁਕਤੀ ਮੰਗੀ ਤਾਂ ਛਪਣੀ ਹੋ ਗਈ, ਲੋਕੀ ਗਈ ਮੁੜ ਕੇ ਸਾਹਮਣੇ ਆਈ ਹੋਈ ਨਹੀਂ। ਤੋ ਇਸ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਗੈਰ ਕੌਣ ਹੈ ਭਾਈ ਜਿਹੜਾ ਮੁਕਤ ਕਰ ਸਕਦਾ ਹੈ। ਇਹ ਭਾਈ ਭਗੀਰਥ ਜੀ ਨੂੰ ਉਪਦੇਸ਼ ਹੋਇਆ ਦੇਵੀ ਦਾ। ਫਿਰ ਉੱਥੋਂ ਮਲਸੀਆਂ ਤੋਂ ਚੱਲ ਕੇ ਉਹ ਆਏ ਸੁਲਤਾਨਪੁਰ ਲੋਧੀ। ਗੁਰਦੁਆਰਾ ਹੱਟ ਸਾਹਿਬ ਵਿਖੇ ਸਤਿਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ, ਬੇਨਤੀ ਕੀਤੀ, ਜੀ ਬ੍ਰਹਮ ਗਿਆਨ ਸਹਿਤ ਮੁਕਤੀ ਦੀ ਦਾਤ ਬਖਸ਼ੋ, ਪ੍ਰੇਮਾ ਭਗਤੀ ਗਿਆਨ ਸਹਿਤ ਬਖਸ਼ਿਸ਼ ਕਰੋ। ਤਾਂ ਸਤਿਗੁਰੂ ਜੀ ਨੇ ਆਖਿਆ, ਗੁਰਮੁਖਾ ਮੈਂ ਤੈਨੂੰ 3 ਗੱਲਾਂ ਸਮਝਾਉਂਦਾ, ਜੇ ਤੂੰ 3 ਆਪਦੇ ਜੀਵਨ 'ਚ ਧਾਰਨ ਕਰ ਲਏਗਾ ਤਾਂ ਤੂੰ ਜਿਉਂਦਾ ਹੀ ਮੁਕਤ ਹੋ ਜਾਏਗਾ। ਮਰਿਆਂ ਤੋਂ ਬਾਅਦ ਤਾਂ ਮੁਕਤੀ ਕਿਨ ਵੇਖੀ, ਜੀਵਨ ਮੁਕਤ ਵਾਲੀ ਅਵਸਥਾ ਪਾ ਲਏਗਾ। ਉਹ 3 ਉਪਦੇਸ਼ ਕਿਹੜੇ ਸਨ ਜਿਹੜੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਭਗੀਰਥ ਨੂੰ ਬਖਸ਼ੇ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਪੰਕਤੀ ਲਿਖੀ ਹੈ ਕਿ ਮਹਾਰਾਜ ਨੇ ਆਖਿਆ, ਹੀ ਭਾਈ ਭਗੀਰਥ ਹਉਮੈ ਤਜਨ, ਹਉਮੈ ਦਾ ਤਿਆਗ ਕਰ ਦੇ, ਨਾਮ ਲਿਵ ਲਾਵਨ, ਤੇ ਵਾਹਿਗੁਰੂ ਨਾਮ ਦੇ ਵਿੱਚ ਲਿਵ ਲਾ ਕੇ ਰੱਖ। ਇਹ 2 ਉਪਦੇਸ਼ ਨੇ, 2 ਬਚਨ ਨੇ। ਇੱਕ ਹਉਮੈ ਦਾ ਤਿਆਗ ਕਰਨਾ, ਇੱਕ ਨਾਮ ਦੇ ਵਿੱਚ ਲਿਵ ਲਾਉਣੀ। ਤੀਸਰਾ ਭਾਣਾ ਮੰਨਣ, ਪੰਥੇ ਹੋ ਪਾਵਨ, ਵਾਹਿਗੁਰੂ ਦਾ ਪਾਣਾ ਸਤ ਕਰਕੇ ਮੰਨਣਾ। ਇਹ ਪਵਿੱਤਰ ਗੁਰਮਤ ਦਾ ਰਸਤਾ ਹੈ। ਗੁਰਮਤ ਗੁਰਮੁਖ ਗਾਡੀ ਰਾਹੋ ਚਲੰਦਾ, ਗੁਰਮੁਖ ਗਾਡੀ ਰਾਹ, ਹਾਈਵੇ ਮੋਟਰਵੇ ਸੌਖੇ ਰਸਤੇ ਦੇ ਉੱਪਰ ਚੱਲਦਾ। ਗੁਰਮਤ ਦਾ ਰਸਤਾ, ਗੁਰਮਤਿ ਨਾਮ ਮੇਰਾ ਪ੍ਰਾਣ ਸਿਕਾਈ, ਹਰ ਕੀਰਤ ਹਮਰੀ ਰਹਿ ਰਾਸ। ਸੋ ਇਹ ਮਹਾਰਾਜ ਜੀ ਨੇ 3 ਉਪਦੇਸ਼ ਬਖਸ਼ੇ ਸੀ ਕਿ ਹਉਮੈ ਦਾ ਤਿਆਗ ਕਰੋ, ਨਾਮ ਦੇ ਵਿੱਚ ਲਿਵ ਲਾਓ, ਤੇ ਵਾਹਿਗੁਰੂ ਜੀ ਦਾ ਭਾਣਾ ਮੰਨਣ ਰੂਪ ਸ੍ਰੇਸ਼ਟ ਸਾਧਨ ਕਹੀਦਾ, ਜਿਸ ਸਾਧਨ ਦੇ ਦੁਆਰਾ ਤੇ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਇਸੇ ਸਾਧਨ ਦੇ ਵਿੱਚ ਪਰਮਾਤਮਾ ਵਸਦਾ ਹੈ। ਜਿਸ ਦਰ ਕਾਰਣ ਫਿਰਾਇ ਉਦਾਸੀ, ਦਰ ਭੀਤਰ ਦਰ ਕਵਣ ਲਹੈ,
ਸਾਧਨਾ ਵਿੱਚ ਇਸ ਸਾਧਨ ਨੂੰ ਕੌਣ ਪ੍ਰਾਪਤ ਕਰ ਸਕਦਾ ਹੈ? ਭਾਵ ਅਧਿਕਾਰੀ ਪੁਰਖ ਹੀ। ਸਤਿਗੁਰਾਂ ਦੇ ਪਾਸੋਂ ਇਹ ਮੁਕਤੀ ਦਾ ਸਾਧਨ ਹਉਮੈ ਤਿਆਗਣੀ, ਨਾਮ ਚ ਲਿਵ ਲਾਉਣੀ, ਭਾਣਾ ਮੰਨਣ, ਇਹ ਪ੍ਰਾਪਤ ਕਰ ਸਕਦਾ ਹੈ। ਜਿਤ ਦਰ ਵਸੈ ਜਿਸ ਦਰ ਕਾਰਨ ਫਿਰਾਂ ਉਦਾਸੀ। ਜੇ ਸਾਧਨ ਦੀ ਪ੍ਰਾਪਤੀ ਵਾਸਤੇ ਮੇਰੇ ਚਿੱਤ ਦੀ ਬਿਰਤੀ ਉਦਾਸ ਹੋਈ ਫਿਰਦੀ ਹੈ, ਸੋ ਦਰ ਕੋਈ ਆਏ ਕਹੈ। ਉਹ ਦਰ ਕੋਈ ਗੁਰਮੁਖ ਸਤਸੰਗੀ ਹੀ ਆ ਕੇ ਆਖ ਸਕਦਾ। ਇਹ ਜੋ ਮੁਕਤੀ ਦਾ ਸਾਧਨ ਹੈ, ਹਉਮੈ ਦਾ ਤਿਆਗ ਕਰਨਾ, ਨਾਮ ਦੇ ਵਿੱਚ ਲਿਵ ਲਾਉਣੀ ਤੇ ਭਾਣਾ ਮੰਨਣਾ, ਇਹ ਕੋਈ ਗੁਰਮੁਖ ਸਤਸੰਗੀ ਆ ਕੇ ਕਹਿ ਸਕਦਾ। ਸੰਗਤ ਤੋਂ ਬਗੈਰ, ਗੁਰੂ ਨਾਨਕ ਸਾਹਿਬ ਜੀ ਤੋਂ ਬਗੈਰ ਐਸਾ ਉਪਦੇਸ਼ ਕਿਤੋਂ ਵੀ ਪ੍ਰਾਪਤ ਨਹੀਂ ਹੋ ਸਕਦਾ, ਜਿਹਦੇ ਲਈ ਮੇਰੇ ਚਿੱਤ ਦੀ ਬਿਰਤੀ ਉਦਾਸ ਹੋਈ ਫਿਰਦੀ ਸੀ। ਇਹ ਦੂਜਾ ਉੱਤਰ ਮਹਾਰਾਜ ਨੇ ਦਿੱਤਾ। ਹੁਣ ਤੀਜਾ ਉੱਤਰ ਆਪ ਸਰਵਣ ਕਰੋ। ਜਿਤ ਦਰ ਵਸੈ ਕਵਨ ਦਰ ਕਹੀਐ। ਤੀਜਾ ਪ੍ਰਸ਼ਨ ਸੀਗਾ ਕਿ ਜਿਸ ਮਹਾਤਮਾ ਦੇ ਹਿਰਦੇ ਵਿੱਚ ਪਰਮਾਤਮਾ ਵਸਦਾ, ਉਹ ਕਿਹੜਾ ਮਹਾਤਮਾ ਆਖੀਦਾ? ਤਾਂ ਪਾਤਸ਼ਾਹ ਉੱਤਰ ਬਖਸ਼ਦੇ ਕਿ ਜਿਸ ਦੇ ਹਿਰਦੇ ਵਿੱਚ ਪਰਮਾਤਮਾ ਵਸਦਾ, ਉਹ ਕਿਹੜਾ ਦਰ ਕਹੀਦਾ? ਭਾਵ ਉਹੀ ਅਸਲੀ ਸੰਤ ਆਖੀਦਾ ਹੈ। ਪ੍ਰਭ ਜੀ ਬਸੈ ਸਾਧ ਕੀ ਰਸਨਾ। ਸੰਤਾਂ ਦੀ ਇੱਕ ਰਸਨਾ ਤੇ ਵਸਦਾ, ਇੱਕ ਹਿਰਦੇ ਵਿੱਚ ਵਸਦਾ, ਕਿਉਂਕਿ ਰਸਨਾ ਨਾਲ ਵੀ ਉਹ ਨਾਮ ਜਪਦੇ ਤੇ ਹਿਰਦੇ 'ਚ ਵੀ ਵਾਹਿਗੁਰੂ ਵਾਹਿਗੁਰੂ ਵਸਾਉਂਦੇ। ਇੱਕ ਉਹਨਾਂ ਦੇ ਚਰਨਾਂ 'ਚ ਵਸਦਾ, ਤਾਈਓ ਦੁਨੀਆ ਉਹਨਾਂ ਦੇ ਚਰਨ ਸਪਰਸ਼ ਕਰਦੀ ਹੈ। ਇਉਂ ਅਸਲੀ ਸੰਤ ਉਹੀ ਕਹੀਦਾ ਜਿਸ ਦੇ ਹਿਰਦੇ ਵਿੱਚ ਪਰਮਾਤਮਾ ਵਸਦਾ। ਸੰਤਾਂ ਵਿੱਚੋਂ ਕਮਣ ਦਰ ਕਹੀਏ। ਪ੍ਰਭੂ ਨੂੰ ਪ੍ਰਾਪਤ ਕਰਨ ਵਾਲੇ ਸੰਤ ਕੌਣ ਪ੍ਰਾਪਤ ਕਰ ਸਕਦਾ? ਭਾਵ ਉਹੀ ਪ੍ਰਾਪਤ ਕਰ ਸਕਦਾ ਜੋ ਸੰਤਾਂ ਦੀ ਸ਼ਰਨ ਵਿੱਚ ਪੈ ਕੇ ਉਹਨਾਂ ਦੇ ਬਚਨਾਂ ਨੂੰ ਕਮਾਉਣਾ ਕਰਦਾ ਹੈ। ਜਿਸ ਦਰ ਕਾਰਨ ਪੀਤਰ ਦਰ ਕਮਣ ਲਹੈ। ਜਿਸ ਦੇ ਹਿਰਦੇ ਵਿੱਚ ਪਰਮਾਤਮਾ ਵਸ ਜਾਂਦਾ, ਉਹ ਪ੍ਰਭੂ ਨਾਲ ਮਿਲਾਉਣ ਵਾਲਾ ਸੰਤ ਰੂਪੀ ਦਰਵਾਜ਼ਾ ਕਹੀਦਾ ਹੈ। ਤੇ ਇਹਨਾਂ ਨੌਵਾਂ ਗੋਲਕਾਂ ਦੇ ਭੀਤਰ ਵਿੱਚ ਅੰਤਰਮੁਖ ਬਿਰਤੀ ਅੰਦਰ ਜੋ ਗਿਆਨ ਰੂਪੀ ਦਰ ਹੈ, ਇਸ ਨੂੰ ਕੌਣ ਜਾਣ ਸਕਦਾ? ਭਾਵ ਸੰਤ ਹੀ ਜਾਣ ਸਕਦਾ ਹੈ। ਜਿਸ ਦਰ ਕਾਰਨ ਫਿਰਾ ਉਦਾਸੀ। ਜਿਸ ਪਰਮਾਤਮਾ ਦੇ ਸੰਤ ਰੂਪੀ ਦਰ ਦੀ ਪ੍ਰਾਪਤੀ ਵਾਸਤੇ ਮੇਰੇ ਚਿੱਤ ਦੀ ਬਿਰਤੀ ਉਦਾਸ ਹੋਈ ਫਿਰਦੀ ਸੀ, ਸੋ ਦਰ ਕੋਈ ਆਏ ਕਹੈ। ਉਹ ਸੰਤ ਰੂਪ ਦਰ ਕੋਈ ਆਣ ਕੇ ਮੈਨੂੰ ਕਥਨ ਕਰੇ। ਭਾਵ ਜਿਸ ਦੀ ਆਪਣੀ ਲਿਵ ਜੁੜੀ ਹੋਈ ਹੈ, ਉਹੀ ਜਗਿਆਸੂ ਨੂੰ ਸੰਤਾਂ ਬਾਰੇ ਆ ਕੇ ਕਹਿ ਸਕਦਾ, ਦੱਸ ਸਕਦਾ ਹੈ। ਜਿਤ ਦਰ ਵਸਹਿ ਕਵਨ ਦਰ ਕਹੀਐ। ਹੁਣ ਸ਼ਾਸਤਰ ਰੂਪੀ ਦਰ ਦਾ ਉੱਤਰ ਦਿੰਦੇ ਨੇ ਕਿ ਕਿਹੜਾ ਸ਼ਾਸਤਰ ਰੂਪੀ ਦਰ ਹੈ। ਚੌਥਾ ਉੱਤਰ ਹੈ ਕਿ ਜਿਸ ਸ਼ਾਸਤਰ ਰੂਪੀ ਦਰ ਵਿੱਚ ਪਰਮਾਤਮਾ ਵਸਦਾ, ਉਹ ਕਿਹੜਾ ਦਰ ਕਹੀਦਾ? ਭਾਵ ਛੇ ਸ਼ਾਸਤਰਾਂ ਨੂੰ ਵਿਧੀ ਪੱਖ ਦੁਆਰਾ ਇਸ ਦਾ ਗ੍ਰਹਿਣ ਕਰਨਾ ਹੀ ਦਰਵਾਜ਼ਾ ਕਹੀਦਾ ਹੈ। ਦਰਾ ਭੀਤਰ ਦਰ ਕਵਨ ਲਹੈ। ਦਰਾ ਭੀਤਰ ਦਰ ਭਾਵ ਸ਼ਾਸਤਰਾਂ ਦੀ ਗਿਆਨ ਵਿੱਚੋਂ ਦਰ, ਇੱਕ ਗਿਆਨ ਦਾ ਗੁਣ ਵਸਿਆ ਹੋਇਆ ਹੈ। ਉਹ ਕੌਣ ਲੈ ਸਕਦਾ? ਭਾਵ ਕੋਈ ਅਧਿਕਾਰੀ ਪੁਰਖ ਹੀ ਲੈ ਸਕਦਾ ਹੈ। ਛੇ ਸ਼ਾਸਤਰਾਂ ਦਾ ਵਿਧੀ ਪੱਖ ਵਿੱਚ ਉਪਦੇਸ਼ ਸਾਂਖ ਸ਼ਾਸਤਰ, ਕਰਤਾ ਕਪਲ ਮੁਨੀ ਜੀ। ਇਹ ਸ਼ਾਸਤਰ ਈਸ਼ਵਰ ਨੂੰ ਨਹੀਂ ਮੰਨਦਾ, ਅਨੀਸ਼ਰਵਾਦੀ ਹੈ। 24 ਤੱਤਵਾਦੀ ਭਾਵ 5 ਗਿਆਨ ਇੰਦਰੀ, 5 ਕਰਮ ਇੰਦਰੀ, 1 ਮਨ, 5 ਸੂਖਮ ਤੱਤ, 5 ਸਥੂਲ ਤੱਤ, ਮਹੀ ਤੱਤ ਤੇ ਪ੍ਰਕਿਰਤੀ, ਤ੍ਰਿਦਾ ਅਹੰਕਾਰ, ਇਹਨਾਂ 24 ਤੱਤਾਂ ਨੂੰ ਮੰਨਦਾ। ਪੰਜੀਵਾਂ ਪੁਰਖ ਨੂੰ ਮੰਨਦਾ।
ਪਰ ਉਸ ਅਕਾਲ ਪੁਰਖ ਨੂੰ ਕਿਸੇ ਦਾ ਕਾਰਨ ਕਾਰਜ ਰੂਪ ਨਹੀਂ ਮੰਨਦਾ। ਪ੍ਰਕਿਰਤੀ ਕਰਕੇ ਤਿੰਨਾਂ ਗੁਣਾਂ ਦੀ ਸਾਮ ਅਵਸਥਾ ਨੂੰ ਪ੍ਰਧਾਨ ਮੰਨਦਾ। ਤੀਨ ਗੁਣ ਕੀ ਸਾਮਿ ਅਵਸਥਾ ਜੋਈ, ਨਾਮ ਪ੍ਰਧਾਨ ਕਹਾਵੈ ਸੋਈ। ਇਹ ਆਦਿ ਵਿਆਦੀ ਉਪਾਧੀ ਦੀ ਨਿਵਰਤੀ ਨੂੰ ਮੋਖ ਮੰਨਦਾ। ਇਸ ਨੇ ਭੋਗ ਰੂ ਮਾਇਆ ਨੂੰ ਬੰਧਨ ਤੇ ਵਿਚਾਰ ਰੂ ਮਾਇਆ ਨੂੰ ਮੋਖ ਮੰਨਿਆ। ਅਸੰਗੋ ਹੀ ਅਇੰ ਪੁਰਖ ਇਸ ਦੀ ਸੁਰਤੀ ਹੈ। ਸਾਖ ਸ਼ਾਸਤਰ ਸਾਖੀ ਚੇਤਨ ਸਰੂਪ ਨੂੰ ਜਾਣਨ ਵਾਸਤੇ ਸਹਾਇਕ ਹੈ। ਦੂਜਾ ਨਿਆਇ ਸ਼ਾਸਤਰ, ਇਹਦਾ ਕਰਤਾ ਗੌਤਮ ਮੁਨੀ ਜੀ ਹੈ। ਇਹ ਜੁਗਤੀ ਨੂੰ ਪ੍ਰਧਾਨ ਮੰਨਦਾ। ਇਸ ਅਨੁਸਾਰ ਜੁਗਤੀ ਚਿੰਤਨ ਦੁਆਰਾ ਪੁਰਸ਼ ਦੀ ਬੁੱਧੀ ਤੀਬਰ ਹੁੰਦੀ ਹੈ, ਤਾਦੇ ਮੰਨਣ ਕਰਨ ਵਿੱਚ ਸਮਰੱਥ ਹੁੰਦਾ। ਇਹ ਕਰਤਾ ਕਰਤਰੀ ਭਾਵ ਨੂੰ ਸਿੱਧ ਕਰਦਾ। ਨਿਆਇਕ ਜਾਤੀ ਦੀ ਆਕਾਸ਼ ਨੂੰ ਸੱਤ ਮੰਨਦਾ। ਆਨੰਦਮय ਕੋਸ਼ ਨੂੰ ਆਤਮਾ ਮੰਨਦਾ। ਆਤਮਾ ਵਿੱਚ ਗਿਆਨ ਗੁਣ ਮੰਨਦਾ ਹੈ, ਪਰ ਆਤਮਾ ਨੂੰ ਗਿਆਨ ਸਰੂਪ ਨਹੀਂ ਮੰਨਦਾ। ਜਿਵੇਂ ਜੁਗਨੂ ਦਾ ਅੱਧਾ ਹਿੱਸਾ ਪ੍ਰਕਾਸ਼ ਹੈ ਤੇ ਅੱਧਾ ਹਿੱਸਾ ਹਨੇਰੇ ਵਾਲਾ ਹੁੰਦਾ, ਇਸੇ ਪ੍ਰਕਾਰ ਹੀ ਆਤਮਾ ਜਾਗਰਤ ਤੇ ਸੁਪਨ 'ਚ ਗਿਆਨ ਕਰਦਾ। ਉਹ ਸੁਖੋਪਤ ਵਿੱਚ ਗਿਆਨ ਨਹੀਂ ਕਰਦਾ। ਭਾਵੇਂ ਕੋਲੋਂ ਕੋਈ ਚੀਜ਼ ਹੀ ਚੁੱਕ ਕੇ ਲੈ ਜਾਏ, ਉਸ ਸਮੇਂ ਮਨ ਬੁੱਧ ਅਵਿਦਿਆ 'ਚ ਲੀਨ ਹੋ ਜਾਂਦੇ। ਜਦੋਂ ਮਨ ਦਾ ਚਮੜੀ ਨਾਲ ਸੰਬੰਧ ਹੁੰਦਾ, ਉਸ ਸਮੇਂ ਗਿਆਨ ਹੁੰਦਾ। ਪਰ ਵਿਦਾਂਤ 'ਚ ਇਸ ਦਾ ਖੰਡਨ ਹੈ। ਜਦੋਂ ਕੋਈ ਕਹਿੰਦਾ ਕਿ ਮੈਂ ਇਤਨਾ ਸੁੱਖ ਨਾਲ ਸੁੱਤਾ ਕਿ ਮੈਨੂੰ ਸੁਪਨਾ ਵੀ ਨਹੀਂ ਆਇਆ, ਉਹ ਸੁੱਖ ਨਾਲ ਸੌਣ ਦੇ ਸੁਪਨਾ ਨਾ ਆਉਣ ਨੂੰ ਅਨੁਭਵ ਕਰਨ ਵਾਲਾ ਜੋ ਹੈ, ਉਹ ਚੇਤਨ ਆਤਮਾ ਹੈ, ਜੋ ਜਾਗਰਤ ਸੁਪਨ ਸੁਖੋਪਤ ਤਿੰਨਾਂ ਦਾ ਸਾਖੀ ਹੈ। ਇਸ ਅਨੁਸਾਰ ਜਿਵੇਂ ਛੋਟਾ ਜਿਹਾ ਮਕਾਨ ਵੀ ਕਾਰੀਗਰ ਤੋਂ ਬਗੈਰ ਨਹੀਂ ਬਣਦਾ, ਉਵੇਂ ਸੰਸਾਰ ਕਰਤੇ ਤੋਂ ਬਿਨਾਂ ਨਹੀਂ ਬਣਿਆ। ਉਹ ਈਸ਼ਵਰ ਨੂੰ ਕਰਤਾ ਮੰਨਦਾ। ਸਾਂਖ ਸ਼ਾਸਤਰ ਇਹਨਾਂ 9 ਦਰਬਾਂ ਪ੍ਰਿਥਵੀ, ਜਲ, ਵਾਯੂ, ਅਗਨੀ, ਆਕਾਸ਼, ਕਾਲ, ਦਿਸ਼ਾ, ਆਤਮਾ ਮਨ ਨੂੰ ਮੰਨਦਾ ਤੇ ਸੱਤ ਪਦਾਰਥਾਂ ਨੂੰ ਮੰਨਦਾ। ਦਰਬ ਗੁਣ ਕਰਮ ਸਮਾਨ ਵਿਸ਼ੇਸ਼ ਸਮਵਾਏ ਅਭਾਵ, ਇਹ ਈਸ਼ਵਰ ਨੂੰ ਇੱਕ ਦੇਸੀ ਮੰਨਦਾ। ਇਹ ਸੱਤ ਪਦਾਰਥ ਨੇ, ਸੱਤ ਪਦਾਰਥਾਂ ਨੂੰ ਮੰਨਦਾ। ਦਰਬ ਗੁਣ ਕਰਮ ਸਮਾਨ ਵਿਸ਼ੇਸ਼ ਸਮਵਾਏ ਅਭਾਵ, ਈਸ਼ਵਰ ਨੂੰ ਇੱਕ ਦੇਸੀ ਮੰਨਦਾ। ਜਿਵੇਂ ਇੱਕ ਰਾਜਾ ਇੱਕ ਥਾਂ 'ਤੇ ਬੈਠ ਕੇ ਸਾਰਾ ਰਾਜ ਪ੍ਰਬੰਧ ਚਲਾਉਂਦਾ, ਉਵੇਂ ਈਸ਼ਵਰ ਸ੍ਰਿਸ਼ਟੀ ਚਲਾਉਂਦਾ। ਇਹ ਪਰਮਾਣੂਆਂ ਦੁਆਰਾ ਸ੍ਰਿਸ਼ਟੀ ਦੀ ਉਤਪਤੀ ਮੰਨਦਾ ਤੇ ਕਹਿੰਦਾ ਕਿ 2 ਜੁੜ ਕੇ ਦੁਣਕਾ, 3 ਜੁੜ ਕੇ ਤਿਨਕਾ ਹੁੰਦਾ। ਇਹ ਪਰਮਾਣੂਆਂ ਤੋਂ ਸ੍ਰਿਸ਼ਟੀ ਹੈ। 21 ਪ੍ਰਕਾਰ ਦੇ ਦੁੱਖਾਂ ਦੀ ਨਿਵਰਤੀ ਨੂੰ ਮੁਕਤੀ ਮੰਨਦਾ। 21 ਪ੍ਰਕਾਰ ਦੇ ਦੁੱਖ, ਇੱਕ ਸਰੋਤ, ਕੰਨ, ਤੁਚਾ, ਚਮੜੀ, ਨਿੱਤ, ਰਸਨਾ, ਘਰਾਨ, ਨੱਕ ਤੇ ਮਨ, ਇਹ 6 ਇੰਦਰੀ, 6 ਇਹਨਾਂ ਦੇ ਵਿਸ਼ੇ ਤੇ 6 ਇਹਨਾਂ ਦੇ ਗਿਆਨ, 18 ਨੇ। 19ਵਾਂ ਸਰੀਰ, 20ਵਾਂ ਸੁੱਖ, 21ਵਾਂ ਦੁੱਖ ਈਸ਼ਵਰਵਾਦੀ ਹੈ। ਪਰੰਤੂ ਜੀਵ ਈਸ਼ ਵਿੱਚ ਭੇਦ ਮੰਨਦਾ ਤੇ ਜੀਵ ਨੂੰ ਜਮਨ ਮਰਨ ਵਾਲਾ ਕਥਨ ਕਰਦਾ। ਇਸ ਤੋਂ ਇਹੀ ਗੁਣ ਲੈਣਾ ਕਿ ਈਸ਼ਵਰ ਵਿੱਚ ਕਰਤਰੀ ਭਾਵ ਸਿੱਧ ਹੁੰਦਾ ਕਿ ਕਰਤਾ ਹੈ। ਤੀਜਾ ਵਿਸ਼ੇਸ਼ਕ ਸ਼ਾਸਤਰ, ਜਿਹਦਾ ਕਰਤਾ ਕਨਾਦ ਕਨਪਕ ਮੁਨੀ ਜੀ ਹੈ। ਇਹ ਕਾਲਵਾਦੀ ਹੈ, ਸਮੇਂ ਨੂੰ ਸੱਤ ਮੰਨਦਾ। ਇਹ ਜੁਗਤੀ ਨੂੰ ਹੀ ਪ੍ਰਧਾਨ ਮੰਨਦਾ। ਕਾਫੀ ਕੁਝ ਇਸ ਦਾ ਨਿਆਂ ਸ਼ਾਸਤਰ ਨਾਲ ਮਿਲਦਾ। ਇਹ 6 ਪਦਾਰਥ ਮੰਨਦਾ ਤੇ 7ਵੇਂ ਅਭਾਵ ਪਦਾਰਥ ਨੂੰ ਨਹੀਂ ਮੰਨਦਾ। ਇਹ ਅਨੀਸ਼ਰਵਾਦੀ ਹੈ। ਇਸ ਦਾ ਕਹਿਣਾ ਹੈ ਕਿ ਸਮੇਂ ਦੇ ਨਾਲ ਹੀ ਸਾਰੀ ਸ੍ਰਿਸ਼ਟੀ ਖਤਮ ਹੋ ਜਾਵੇਗੀ, ਹੋਰ ਇਹਦਾ ਕਰਤਾ ਕੋਈ ਨਹੀਂ। ਇਸ ਅਨੁਸਾਰ ਜਿਵੇਂ ਪਿਆਜ਼, ਬਾਥੂ, ਪਖੜਾ, ਇਟਸਿਟ, ਸਵਾਂਗ, ਡੀਲਾ ਆਦਿ ਦੇ ਬੀਜ ਧਰਤੀ 'ਤੇ ਪਏ ਰਹਿੰਦੇ ਨੇ ਤੇ ਸਮਾਂ ਆਉਣ 'ਤੇ ਆਪੇ ਹੀ ਉੱਗ ਆਉਂਦੇ ਨੇ, ਫਿਰ ਪੱਕ ਕੇ ਆਪੇ ਹੀ ਡਿੱਗ ਡੁੱਬ ਜਾਂਦੇ। ਇਵੇਂ ਸਮੇਂ ਦੇ ਨਾਲ ਹੀ ਸ੍ਰਿਸ਼ਟੀ ਪੈਦਾ ਹੋਈ, ਸਮੇਂ ਨਾਲ ਹੀ ਖਤਮ ਹੋ ਜਾਏਗੀ। ਅੰਨ ਅੰਨ ਤੇ ਹੋਤ ਜਿਉਂ
ਘਾਸ ਘਾਸ ਤੇ ਹੋਏ, ਅੰਨ ਤੋਂ ਅੰਨ ਪੈਦਾ ਹੁੰਦਾ, ਘਾਹ ਤੋਂ ਘਾਹ ਪੈਦਾ ਹੁੰਦਾ, ਤੈਸੇ ਮਨੁੱਖ ਮਨੁੱਖ ਤੇ ਅਵਰ ਨਾ ਕਰਤਾ ਕੋਈ। ਇਹਨੇ ਇਉਂ ਇਸ ਤਰ੍ਹਾਂ ਮੰਨਿਆ ਕਿ ਕੋਈ ਇਹਦੇ ਬਣਾਉਣ ਵਾਲਾ ਨਹੀਂ, ਖੁਦ ਆਪ ਹੀ ਇੱਕ ਤੋਂ ਦੂਜੇ, ਦੂਜੇ ਤੋਂ ਤੀਜੇ ਪੈਦਾਇਸ਼ ਹੋ ਰਹੀ ਹੈ। ਇਸ ਤੋਂ ਸਮੇਂ ਦੀ ਕਦਰ ਕਰਨ ਦੀ ਸਾਨੂੰ ਸਿੱਖਿਆ ਮਿਲਦੀ ਹੈ। ਕਬੀਰ ਕਾਲ ਕਰਨ ਦਾ ਅਵੈ ਕਰ ਅਵ ਕਰਤਾ ਸੋਏ ਤਾਲ, ਪਾਛੈ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ। ਚੌਥਾ ਹੈ ਪੂਰਬ ਮੀਮਾਂਸਾ, ਇਹਦਾ ਕਰਤਾ ਜੈਮਨ ਮੁਨੀ ਹੈ। ਇਹ ਕਰਮਵਾਦੀ ਹੈ, 5 ਪ੍ਰਕਾਰ ਦੇ ਕਰਮ ਮੰਨਦਾ, ਨਿਤ ਨਿਮਿਤ ਕਾਮਕ ਪ੍ਰਾਸ਼ਚਿਤ ਤੇ ਨਖਿੱਧ ਕਰਮ, ਜਿਵੇਂ ਬ੍ਰਹਮ ਹਤਿਆ ਆਦਿਕ, 4 ਵਜਰ ਕਰਤ ਆਦਿਕ। ਕਾਮਕ ਕਾਮਣੀ ਨੂੰ ਪਾਉਣ ਲਈ, ਕਾਮਦੇਵ ਦੀ ਪੂਰਤੀ ਲਈ ਜਿਹੜਾ ਕਰਮ ਕਰੇ ਸੋ ਕਾਮਕ। ਜਾਂ ਕਾਮਕ ਕੋਈ ਕਾਮਨਾ ਲੈ ਕੇ ਤੇ ਪ੍ਰਾਸ਼ਚਿਤ ਕਿਸੇ ਗਲਤੀ ਦਾ ਅਹਿਸਾਸ ਹੋਣ ਤੋਂ ਉਹਦੀ ਮੁਆਫੀ ਲਈ ਤਨਖਾਹ ਪੂਰੀ ਕਰਨੀ, ਪ੍ਰਾਸ਼ਚਿਤ ਕਰਨਾ, ਆਪਦੇ ਕਰਮਾਂ ਨੂੰ ਛੱਡ ਕੇ ਤੇ ਬੁਰੇ ਕਰਮਾਂ ਤੋਂ ਕੰਨਾਂ ਨੂੰ ਹੱਥ ਨਾ ਲਾਉਣੇ, ਇਹ ਪ੍ਰਾਸ਼ਚਿਤ। ਨਖਿੱਧ ਕਰਮ ਜਿਹੜੇ ਕਰਨ ਦੀ ਨਹੀਂ ਆ ਗਿਆ, 4 ਵਜਰ ਕਰੇ ਤਾਂ ਹੁੱਕਾ ਹਜਾਮਦ ਹਲਾਲੋ ਹਰਾਮ, ਬਾਰਿਸ਼ ਹੀ ਨਾ ਕਰ ਦਰੋ ਸਿਆਫਾਮ। ਨਿਤ ਕਰਮ ਜਿਹੜੇ ਨਿਤ ਕਰੀ ਦੇ, ਨਿਮਿਤ ਕਿਸੇ ਕਾਰਨ ਨੂੰ ਲੈ ਕੇ ਕੀਤੇ ਜਾਣ, ਇੰਜ ਇਹ 5 ਪ੍ਰਕਾਰ ਦੇ ਕਰਮ ਮੰਨਦਾ। ਵਿਧੀ ਕਰਮ 4 ਪ੍ਰਕਾਰ ਦਾ ਮੰਨਦਾ, ਜਿਸ ਦੁਆਰਾ ਅੰਤਿਕਰਨ ਦੀ ਸ਼ੁੱਧੀ ਦੁਆਰਾ ਮੋਕਸ਼ ਮੰਨਦਾ, ਜਾਂ ਸਵਰਗ ਦੀ ਪ੍ਰਾਪਤੀ ਨੂੰ ਮੋਕਸ਼ ਮੰਨਦਾ। ਸ਼ਾਸਤਰ ਵੇਦ ਕਰਮਾਂ ਨੂੰ ਹੀ ਮੋਕਸ਼ ਦੇ ਸਾਧਨ ਮੰਨਦਾ। ਆਤਮਾ ਨੂੰ ਵੱਖਰਾ ਮੰਨਦਾ ਤੇ ਜੜ ਚੇਤਨ ਦੋਨੋਂ ਰੂਹ ਮੰਨਦਾ। ਇਸ ਅਨੁਸਾਰ ਬ੍ਰਹਮਾ ਆਦਿਕ ਪਦਵੀਆਂ ਕਰਮਾਂ ਕਰਕੇ ਹਨ ਤੇ ਸਵਰਗ ਆਦਿਕ ਦੀ ਪ੍ਰਾਪਤੀ ਵੀ ਕਰਮਾਂ ਕਰਕੇ ਹੈ। ਕਰਮਾਂ ਦੇ ਅਭਾਵ ਹੋਣ ਤੋਂ ਸ੍ਰਿਸ਼ਟੀ ਦੀ ਪਰਲੋ ਮੰਨਦਾ। ਸ੍ਰੇਸ਼ਟ ਕਰਮਾਂ ਕਰਕੇ ਹੀ ਗਿਆਨ ਤੋਂ ਬਿਨਾਂ ਮੁਕਤੀ ਮੰਨਦਾ। ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ ਦਾ ਸਿਧਾਂਤ ਮੰਨਦਾ। ਇਹਦੀ ਸੁਰਤੀ ਇੰਜ ਹੈ, ਅਵਸਮੇ ਭੁਕਤਵਯਮ ਕ੍ਰਿਤਮ ਕਰਮ ਸ਼ੁਭਾ ਸ਼ੁਭੰ, ਨਾ ਭੁਗਤੰ ਕੀਯਤੇ ਕਰਮ ਕਲਪ ਕੋਟ ਸਤਈ ਆਪ। ਇਹ ਸੰਸਕ੍ਰਿਤ ਹੈ। ਇਸ ਤੋਂ ਸ੍ਰੇਸ਼ਟ ਕਰਮ ਕਰਨ ਦੀ ਸਿੱਖਿਆ ਮਿਲਦੀ ਹੈ। 5ਵਾਂ ਸ਼ਾਸਤਰ ਪਤੰਜਲ ਯੋਗ ਸ਼ਾਸਤਰ, ਇਹਦਾ ਕਰਤਾ ਪਤੰਜਲ ਮੁਨੀ ਜੀ ਹੈ। ਇਹ ਈਸ਼ਵਰਵਾਦੀ ਹੈ। ਇਸ ਦਾ ਜਿਹੜਾ ਉਪਦੇਸ਼ ਹੈ ਉਹ ਜੋਗਾਸ ਚਿਤ ਬ੍ਰਿਤੀ ਨਿਰੋਧਾ ਹੈ। ਭਾਵ ਯੋਗਾ ਧਾਰਨ ਕਰਕੇ ਤੇ ਆਪਦੀ ਬਿਰਤੀ ਨੂੰ ਉੱਚਾ ਕਰੋ, ਬੁਰੇ ਕਰਮਾਂ ਦੇ ਵੱਲੋਂ ਰੋਕ ਕੇ ਰੱਖੋ। 5 ਪ੍ਰਕਾਰ ਦੀਆਂ ਬਿਰਤੀਆਂ ਮੰਨਦਾ। ਪ੍ਰਮਾਣ, ਵਿਪਰਜੇ, ਨਿੰਦਰਾ, ਵਿਕਲਪ, ਸਿਮਰਤੀ ਨੂੰ ਰੋਕ ਕੇ 5 ਕਲੇਸ਼ ਜੋ ਸਾਡੇ ਹਿਰਦੇ ਵਿੱਚ ਘਰ ਕਰੀ ਬੈਠੇ ਨੇ, ਕੋਈ ਸੁਰ ਸਵਾਦ ਨਹੀਂ ਆਉਣ ਦਿੰਦੇ। ਜਿੱਥੇ ਕਲੇਸ਼ ਹੋਵੇ ਉੱਥੇ ਖਾਣ ਨੂੰ ਵੀ ਜੀ ਨਹੀਂ ਕਰਦਾ, ਰਹਿਣ ਨੂੰ ਵੀ ਜੀ ਨਹੀਂ ਕਰਦਾ, ਜੀ ਕਰਦਾ ਭੱਜ ਜਾਈਏ। ਇਉਂ ਪ੍ਰਭੂ ਦੇ ਨਾਲੋਂ ਮਨ 'ਚ ਦੁਬਿਧਾ ਪਾਈ ਹੋਈ ਹੈ। 5 ਕਲੇਸ਼ ਕਿਹੜੇ ਨੇ? ਮਹਾਨ ਕੋਸ਼ ਦੇ ਵਿੱਚ ਕਾਹਨ ਸਿੰਘ ਨਾਭਾ ਜੀ ਨੇ ਲਿਖਿਆ, ਅਵਿਦਿਆ, ਅਸਮਤਾ, ਅਭਿਨਵੇਸ਼, ਰਾਗ, ਦਵੇਸ਼। ਇਹਦੀ ਨਿਵਰਤੀ ਦੱਸਦਾ ਕਿ 5 ਬਿਰਤੀਆਂ ਨੂੰ ਰੋਕ ਲਓ, 5 ਕਲੇਸ਼ਾਂ ਦੀ ਨਿਵਰਤੀ ਹੋ ਜਾਏਗੀ। 10ਵੇਂ ਦੁਆਰ ਵਿੱਚੋਂ ਪ੍ਰਾਣਾਂ ਨੂੰ ਕੱਢ ਕੇ ਬ੍ਰਹਮ ਲੋਕ ਦੀ ਪ੍ਰਾਪਤੀ ਨੂੰ ਮੁਕਤੀ ਮੰਨਦਾ। ਪਰਮਾਣੂਆਂ ਦੁਆਰਾ ਜਗ ਦੀ ਰਚਨਾ ਤੇ ਜੀਵ ਈਸ਼ ਦੇ ਭੇਦ ਗਿਆਨ ਨੂੰ ਸੱਚ ਮੰਨਦਾ। ਯੋਗਾ ਅਭਿਆਸ ਨਾਲ ਸਰੀਰ ਤੇ ਅੰਤःਕਰਨ ਦੀ ਸ਼ੁੱਧੀ ਮੰਨਦਾ। ਜਿਵੇਂ ਲੋਹੇ ਨੂੰ ਚੰਗੀ ਤਰ੍ਹਾਂ ਮਾਂਜ ਕੇ ਚਮਕਾ ਲਿਆ ਜਾਵੇ ਤਾਂ ਉਹਦੇ 'ਚ ਮੂੰਹ ਦਿਸ ਪੈਂਦਾ। ਇਉਂ ਯੋਗ ਨਾਲ ਅੰਤਸ਼ਕਰਨ ਮਾਂਜਿਆ ਜਾਵੇ ਤਾਂ ਆਪਣਾ ਸਰੂਪ ਦਿਸ ਪੈਂਦਾ।
ਇਸ ਤੋਂ ਹੀ ਗੁਣ ਗ੍ਰਹਿਣ ਕਰਨਾ ਬਣਦਾ ਕਿ ਬਿਰਤੀ ਨੂੰ ਰੋਕ ਕੇ ਨਾਮ ਸਿਮਰਨ ਵਿੱਚ ਲਾਉਣਾ ਚਾਹੀਦਾ। 8:30 'ਚ ਗੁਟਕਾ ਹੋਊਗਾ, ਵੇਖਦੇ ਆਪਾਂ ਸੱਜੇ ਖੱਬੇ ਹੋਵਾਂਗੇ, ਪੜ੍ਹਦੇ ਬਾਣੀ ਹੋਵਾਂਗੇ, ਧਿਆਨ ਮੋਬਾਈਲ 'ਚ ਹੋਊਗਾ। ਤੋ ਕਹਿਣ ਤੋਂ ਭਾਵ ਇਹ ਹੈ ਕਿ ਜਿਹੜੀ ਬਿਰਤੀ ਹੈ ਉਹ ਰੁਕਦੀ ਨਹੀਂ, ਮਨ ਨਹੀਂ ਰੁਕਦਾ, ਜ਼ੁਬਾਨ ਪੜ੍ਹੀ ਜਾਂਦੀ ਹੈ। ਇਸ ਵਾਸਤੇ ਇਹਦੇ 'ਤੇ ਸਿੱਖਿਆ ਮਿਲਦੀ ਹੈ ਵੀ ਜਦ ਵੀ ਨਿਤਨੇਮ ਕਰਨਾ, ਆਪਦੇ ਮਨ ਨੂੰ ਰੋਕ ਕੇ, ਬਿਰਤੀ ਨੂੰ ਰੋਕ ਕੇ ਕਰਨਾ। ਛੇਵਾਂ वेदांत शास्त्र, ਇਹਦਾ ਕਰਤਾ ਅਭਿਆਸ ਲਿਖੀ ਜੀ ਹੈ। ਦ੍ਰਿਸ਼ਟਾ ਦ੍ਰਿਸ਼ਟ ਦੋ ਪਦਾਰਥਾਂ ਨੂੰ ਮੰਨਦਾ, ਅਪਰੋਖ ਗਿਆਨ ਦੁਆਰਾ ਜੀਵ ਈਸ਼ ਦੀ ਏਕਤਾ ਨੂੰ ਮੁਕਤੀ ਮੰਨਦਾ ਤੇ ਉਸ ਨੂੰ ਵਿਆਪਕ ਮੰਨਦਾ ਹੈ। ਅਗਿਆਨ ਤੋਂ ਸ੍ਰਿਸ਼ਟੀ ਦੀ ਰਚਨਾ ਮੰਨਦਾ ਤੇ ਆਤਮਾ ਨੂੰ ਗਿਆਨ ਸਰੂਪ ਮੰਨਦਾ। ਸੁਖੋਪਤ ਅਵਸਥਾ ਵਿੱਚ ਚੇਤਨ ਸੱਤਾ ਮਾਤਰ ਹੋ ਕੇ ਵਿਦਿਆ ਬ੍ਰਿਤੀ ਨੂੰ ਪ੍ਰਕਾਸ਼ਦਾ, ਜੋ ਜਾ ਕਰਕੇ ਕਹਿੰਦਾ ਕਿ ਅੱਜ ਕੋਈ ਸੁਪਨਾ ਨਹੀਂ ਆਇਆ। ਜੇ ਆਤਮਾ ਗਿਆਨ ਸਰੂਪ ਨਾ ਹੋਵੇ ਤਾਂ ਇਹਨੂੰ ਸੁਖੋਪਤੀ ਵਾਲਾ ਅਨੁਭਵ ਕੌਣ ਦੱਸੇ? ਕਿਉਂਕਿ ਮਨ ਤੇ ਬੁੱਧ ਜੋ ਜਾਗਰਤ ਤੇ ਸੁਪਨ ਅਵਸਥਾ ਵਿੱਚ ਅਨੁਭਵ ਕਰਨ ਵਾਲੇ ਨੇ, ਇਹ ਸੁਖੋਪਤ ਅਵਸਥਾ ਵਿੱਚ ਅਵਿਦਿਆ 'ਚ ਲੀਨ ਹੋ ਜਾਂਦੇ ਨੇ। ਇਸੇ ਕਰਕੇ ਇਹ ਆਤਮਾ ਨੂੰ ਗਿਆਨ ਨਹੀਂ ਬਲਕਿ ਗਿਆਨ ਸਰੂਪ ਮੰਨਦਾ। ਇਸ ਵਿੱਚ ਜਾਗਰਤ, ਸੁਪਨ, ਸੁਖੋਪਤ ਤਿੰਨ ਅਵਸਥਾਵਾਂ ਵਿਭਚਾਰੀ ਨੇ, ਪਰ ਉਹ ਇੱਕ ਰਸ ਵਾਲਾ ਹੈ ਤੇ ਸਾਰਿਆਂ ਦਾ ਪ੍ਰਕਾਸ਼ਕ ਹੈ। ਇਸ ਵਿੱਚੋਂ ਦ੍ਰਿਸ਼ਟਾ ਰੂਪ ਬ੍ਰਹਮ ਨੂੰ ਸਾਖਿਆਤ ਕਰਨ ਦਾ ਗੁਣ ਗ੍ਰਹਿਣ ਕਰਨਾ ਹੈ। ਜਿਵੇਂ ਕਿਸੇ ਦੇਸ਼ ਦੇ ਫੌਜੀ ਇਕੱਠੇ ਹੋ ਕੇ ਵੱਖੋ ਵੱਖਰੇ ਕੰਮ ਵੰਡ ਲੈਣ, ਕੋਈ ਬਾਲਣ ਇਕੱਠਾ ਕਰਕੇ ਲਿਆਉਂਦਾ, ਕੋਈ ਸਬਜ਼ੀ ਬਣਾਉਂਦਾ, ਕੋਈ ਮਸਾਲਾ ਕੁੱਟਦਾ ਰਗੜਦਾ, ਕੋਈ ਅੱਗ ਬਾਲ ਦਿੰਦਾ, ਕੋਈ ਆਟਾ ਗੁੰਨ ਲੈਂਦਾ ਤੇ ਕੋਈ ਰੋਟੀ ਪਕਾ ਲੈਂਦਾ। ਇੰਝ ਸਾਰੇ ਮਿਲ ਕੇ ਭੁੱਖ ਦੀ ਨਿਵਰਤੀ ਵਾਸਤੇ ਭੋਜਨ ਪਕਾ ਕੇ ਖਾਂਦੇ ਨੇ। ਰਲ ਮਿਲ ਕੇ ਕੰਮ ਕੀਤਾ ਜਾਏ ਤੇ ਜਲਦੀ ਹੁੰਦਾ। ਇਸੇ ਤਰ੍ਹਾਂ 6 ਸ਼ਾਸਤਰਾਂ ਦਾ ਉਪਦੇਸ਼ ਜਾਣਨਾ ਚਾਹੀਦਾ। ਇਹਨਾਂ ਵਿੱਚੋਂ ਸਾਂਖ ਸ਼ਾਸਤਰ ਚੇਤਨ ਦੇ ਸਰੂਪ ਨੂੰ ਜਾਣਨ ਵਾਸਤੇ ਸਹਾਇਕ ਹੈ। ਚੰਗੀ ਗੱਲ ਤਾਂ ਛੋਟਾ ਜਿਹਾ ਨਿਆਣਾ ਵੀ ਆਖੇ ਉਹਦੀ ਵੀ ਧਿਆਨ ਨਾਲ ਸੁਣੋ ਤੇ ਅਮਲ ਕਰੋ। ਜਿੰਨਾ ਮਰਜ਼ੀ ਕੋਈ ਮਾੜੇ ਤੋਂ ਮਾੜਾ, ਪਰ ਉਹਦੇ ਵਿੱਚੋਂ ਵੀ ਗੁਣ ਪ੍ਰਾਪਤ ਹੋ ਸਕਦਾ ਹੈ। ਜਿਵੇਂ ਦੱਤਾਤਰੇय ਨੇ ਇੱਕ ਬਗਲੇ ਨੂੰ ਵੀ ਗੁਰੂ ਧਾਰ ਲਿਆ ਸੀਗਾ। ਰਸਤੇ ਜਾਂਦੇ ਉਹਨੇ ਦੇਖਿਆ ਕਿ ਬਗਲਾ ਇੱਕ ਲਾਤੇ ਖੜਾ ਹੈ। ਸੋਚਿਆ ਮਨਾ ਵੀ ਇਹਨੂੰ ਕੀ ਮੁਸ਼ਕਲ ਪੈ ਗਈ, ਇੱਕ ਲਾਤੇ ਕਿਉਂ ਖੜਾ ਹੈ? ਭਗਤੀ ਬੰਦਗੀ ਤਾਂ ਨਹੀਂ ਕਰ ਰਿਹਾ। ਉਹ ਇੱਕ ਲਾਤੇ ਐਨ ਭਗਤ ਬਣ ਕੇ ਬਿਨਾਂ ਕਿਸੇ ਮੂਵਮੈਂਟ ਤੋਂ ਬੜੇ ਆਰਾਮ ਨਾਲ ਸ਼ਾਂਤ ਸੁਭਾਅ ਖੜਾ, ਪਰ ਧਿਆਨ ਉਹਦਾ ਮੱਛੀ ਵਿੱਚ ਹੈ ਕਿ ਕਦ ਮੱਛੀ ਆਏਗੀ ਤੇ ਮੈਂ ਆਪਦੀ ਚੁੰਝ ਵਿੱਚ ਇਸ ਨੂੰ ਪਕੜਾਂਗਾ। ਮੌਕਾ ਪੈਣ 'ਤੇ ਉਹ ਮੌਕਾ ਹੱਥੋਂ ਨਹੀਂ ਗਵਾਉਂਦਾ, ਮੱਛੀ ਨੂੰ ਫੜ ਲੈਂਦਾ, ਖਾ ਜਾਂਦਾ। ਭਾਵੇਂ ਬਗਲਾ ਮਾੜਾ ਹੈ ਪਰ ਉਹਦੇ 'ਚ ਧਿਆਨ ਦਾ ਗੁਣ ਤਾਂ ਹੈ। ਮਾੜੇ ਬੰਦੇ 'ਚ ਵੀ ਜੇ ਉਹ ਧਿਆਨ ਨਾ ਲਾਏ, ਕਲਾਤੀ ਨਾ ਖੜੇ, ਮੱਛੀ ਨੂੰ ਕਾਬੂ ਕਿਵੇਂ ਕਰੇ? ਜੇ ਅਸੀਂ ਆਪਣੇ ਆਪ ਨੂੰ ਸੱਚਮੁੱਚ ਹੀ ਖਾਲਸਾ ਜੀ ਜਾਂ ਸੰਤ ਜੀ ਅਖਵਾਉਂਦੇ ਹਾਂ ਤਾਂ ਇੱਕ ਬਗਲੇ ਕੋਲੋਂ, ਨਿਕੰਮੇ ਕੋਲੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ। ਸਾਥੋਂ ਤਾਂ ਬਗਲਾ ਹੀ ਚੰਗਾ, ਭਾਵੇਂ ਉਹ ਮੱਛੀ ਲਈ ਧਿਆਨ ਲਾਉਂਦਾ ਤਾਂ ਸਹੀ। ਅਸੀਂ ਰੱਬ ਵਾਲੇ ਪਾਸੇ ਤੁਰਦੇ ਹਾਂ, ਉਹਦੇ ਸੰਤ ਕਹਾਉਂਦੇ ਹਾਂ, ਪਰ ਧਿਆਨ ਸਾਡਾ ਪੈਸੇ ਵਿੱਚ, ਖਾਣ ਵਿੱਚ, ਪੀਣ ਵਿੱਚ, ਪਹਿਨਣ ਤੇ ਭੋਗਣ ਵਿੱਚ, ਬਾਣੀ ਵਿੱਚ ਧਿਆਨ ਹੈ ਹੀ ਨਹੀਂ, ਨਾਮ ਦੇ ਵਿੱਚ ਧਿਆਨ ਹੈ ਹੀ ਨਹੀਂ। ਤਾਂ ਇਸ ਲਈ ਪ੍ਰਭੂ ਦੀ ਪ੍ਰਾਪਤੀ ਕਿਵੇਂ ਹੋਵੇ? ਰੋਟੀ ਚਾਹੀਦੀ ਉਹ ਰੱਬ ਦੇ ਦਿੰਦਾ, ਖਾਣਾ ਪੀਣਾ ਚੱਲੀ ਜਾਂਦਾ, ਬਸ ਇਸੇ ਜੀ ਆਪਾਂ ਖੁਸ਼ ਹਾਂ। ਪਰ ਇਹ ਜਿਹੜੇ ਸ਼ਾਸਤਰ ਨੇ
ਭਾਵੇਂ ਕਰਮਕਾਂਡੀ ਨੇ, ਭਾਵੇਂ ਜਿਸ ਤਰ੍ਹਾਂ ਮਰਜ਼ੀ, ਪਰ ਇਹ ਵੀ ਸਿੱਖਿਆਦਾਇਕ ਨੇ। ਸਾਖ ਚੇਤਨ ਦੇ ਸਰੂਪ ਨੂੰ ਜਾਣਨ ਲਈ ਸਹਾਇਕ ਹੈ। ਨਿਆਇਕ ਕਰਤਰੀ ਭਾਵ ਨੂੰ ਸਿੱਧ ਕਰਨ ਵਿੱਚ ਸਹਾਇਕ ਹੈ ਕਿ ਕਰਤਾ ਪਰਮੇਸ਼ਰ ਹੈ। ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਵਾਹਿਗੁਰੂ ਕਰਤਾ ਹੈ। ਵਿਸ਼ੇਸ਼ਕ ਸ਼ਾਸਤਰ ਸਮਾਂ ਐਵੇਂ ਨਾ ਲੰਘਾਓ, ਸਮੇਂ ਦੀ ਕਦਰ ਕਰਨ ਵਿੱਚ ਸਹਾਇਕ ਹੈ। ਇੱਕ ਸਮਾਂ ਨਾਮ ਦੀ ਕਵਿਤਾ ਡਾਕਟਰ ਭਾਈ ਵੀਰ ਸਿੰਘ ਦੀ ਸਾਨੂੰ 10ਵੀਂ ਦੀ ਕਵਿਤਾ ਅਤੇ ਵਾਰਤਕ ਕਿਤਾਬ 'ਚ ਲੱਗੀ ਹੁੰਦੀ ਸੀ। ਉਹਦੇ ਵਿੱਚ ਭਾਈ ਵੀਰ ਸਿੰਘ ਨੇ ਝਰਨਾ ਇੱਛਾ ਬਲ ਤੇ ਡੂੰਘੀਆਂ ਸ਼ਾਮਾਂ, ਇਹ ਵੀ ਕਵਿਤਾ ਲਿਖੀ ਹੈ। ਉਹਦੇ ਵਿੱਚ ਉਹਨਾਂ ਨੇ ਲੌਜਿਕ ਲਿਆ, ਦ੍ਰਿਸ਼ਟਾਂਤ ਲਿਆ। ਝਰਨੇ ਨੂੰ ਪੁੱਛਦੇ ਕਿ ਪੰਛੀ ਵੀ ਚਲੇ ਗਏ, ਵਿਜ਼ਟਰ ਵੀ ਚਲੇ ਗਏ, ਤੂੰ ਅਜੇ ਤੱਕ ਕਿਉਂ ਚੱਲਦਾ ਪਿਆ? ਉਹ ਕਹਿਣ ਲੱਗਾ, ਹੇ ਭਾਈ ਸਾਹਿਬ, ਮੈਂ ਆਪਦੇ ਅਸਲੀ ਸਮੁੰਦਰ ਨਾਲੋਂ ਵਿਛੜਿਆ ਹੋਇਆ ਹਾਂ, ਅਤੇ ਜਿੰਨਾ ਚਿਰ ਉਹਦੇ ਵਿੱਚ ਮਿਲ ਨਹੀਂ ਲੈਂਦਾ ਉਹਨਾਂ ਚਿਰ ਮੈਨੂੰ ਟਿਕਾ ਨਹੀਂ ਆਉਂਦਾ। ਨੇਹੋਂ ਵਾਲੇ ਨੈਣਾ ਕੀ ਨੀਂਦਰ, ਜਿਹੜੇ ਬਿਰਹੋਂ ਵਾਲੇ ਵਿਛੋੜੇ ਨੂੰ ਅਨੁਭਵ ਕਰਨ ਵਾਲੇ ਪਿਆਰ ਵਾਲੇ ਨੇਤਰ ਨੇ, ਉਹਨਾਂ 'ਚ ਨੀਂਦਰ ਕਿੱਥੇ? ਉਹ ਤਾਂ ਹਮੇਸ਼ਾ ਉਡੀਨੀ 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 ਕਬ ਘਰ ਆਵੈਰੀ ਰਹਾਉ। ਉਹ ਹਮੇਸ਼ਾ ਹੀ ਉਡੀਕਦੇ ਰਹਿੰਦੇ ਨੇ, ਦਿਨੇ ਰਾਤ ਭਜਨ ਕਰਦੇ ਪ੍ਰਭੂ ਦੀ ਉਡੀਕ ਵਿੱਚ ਰਹਿੰਦੇ ਨੇ। ਉਹਨਾਂ ਦੀਆਂ ਅੱਖਾਂ 'ਚ ਨੀਂਦ ਕਿੱਥੇ? ਨੀਂਦ ਭੂਖ ਸਭ ਪਰ ਹਰ ਤਿਆਗੀ, ਸੁੰਨੇ ਸੁੰਨ ਸਮਾਵੈ। ਅਫੁਰ ਸਮਾਧੀ ਵਿੱਚ ਲੀਨ ਰਹਿੰਦੇ ਨੇ, ਨਾ ਭੁੱਖ ਤੇ ਨਾ ਨੀਂਦ। ਇੱਕ ਬਹੁਤ ਉੱਚੀ ਅਵਸਥਾ ਹੈ ਜਿਹਦੇ ਵਿੱਚ ਪਹੁੰਚ ਕੇ ਇਹ ਦੋ ਚੀਜ਼ਾਂ ਖਤਮ ਹੋ ਜਾਂਦੀਆਂ ਨੇ। ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਜਿਨ੍ਹਾਂ ਦੇ ਆਪਾਂ ਅੱਖਾਂ ਨਾਲ ਦਰਸ਼ਨ ਕੀਤੇ ਨੇ, ਉਹਨਾਂ ਇਹਨਾਂ ਦੋ ਚੀਜ਼ਾਂ ਨੂੰ ਜਿੱਤਿਆ ਹੋਇਆ ਸੀ। ਨਾ ਤਾਂ ਉਹ ਰੋਟੀ ਖਾਂਦੇ ਸੀ ਅਤੇ ਨਾ ਉਹ ਸੌਂਦੇ ਸੀ। ਇੱਕ ਵਾਰ ਡਾਕਟਰ ਨੇ ਉਹਨਾਂ ਨੂੰ ਸਲਾਹ ਦਿੱਤੀ ਵੀ ਤੁਹਾਡੀ ਸਿਹਤ ਬਿਲਕੁਲ ਕਾਨੇ ਵਰਗਾ ਸਰੀਰ ਸੀਗਾ, ਐ ਸੁੱਤਿਆ ਹੋਇਆ, ਵੀ ਸਿਹਤ ਤੁਹਾਡੀ ਬੜੀ ਕਮਜ਼ੋਰ ਹੈ ਅਤੇ ਰੋਟੀ ਪਾਣੀ ਖਾਇਆ ਕਰੋ ਅਤੇ ਰੱਜ ਕੇ ਸੋਇਆ ਕਰੋ। ਮਹਾਂਪੁਰਖ ਕਹਿੰਦੇ ਉਹ ਸਿੰਘ ਨੂੰ ਦੇਖ। ਭਾਈ ਦਲਵੀਰ ਸਿੰਘ ਅਭਿਆਸੀ ਕਹਿੰਦੇ ਉਹਨੂੰ ਚੈੱਕਅਪ ਕਰਕੇ ਆ। ਜਦ ਉਹਦੇ 'ਤੇ ਉਹਨੇ ਆਪਣਾ ਸਿਸਟਮ ਲਾਇਆ, ਕਹਿਣ ਲੱਗਾ ਵੀ ਇਹ ਬਿਲਕੁਲ ਨਵੰਬਰ ਨੂੰ ਹੈ, ਤੰਦਰੁਸਤ ਹੈ ਬੰਦਾ। ਕਹਿੰਦੇ ਸਿੰਘ ਗੁੱਸਾ ਤਾਂ ਭਾਵੇਂ ਕਰੇਗਾ, ਕਿਸੇ ਦੀ ਅਵਸਥਾ ਨੂੰ, ਕਿਸੇ ਦੇ ਭੇਤ ਨੂੰ ਜ਼ਾਹਰ ਨਹੀਂ ਕਰਨਾ ਚਾਹੀਦਾ। ਹੁਣ ਜੇ ਕੋਈ ਸਾਡੀ ਜੇਬ 'ਚ ਹੱਥ ਪਾ ਕੇ ਸਾਡਾ ਪਰਸ ਖੋਲ੍ਹੇ, ਨੋਟ ਭਾਵੇਂ 10 ਦੇ ਹੀ ਹੋਣ 10 ਕੁ, ਪਰ ਫਿਰ ਵੀ ਆਪਾਂ ਮਹਿਸੂਸ ਕਰਾਂਗੇ ਇਹਦਾ ਕੀ ਮਤਲਬ ਹੈ ਸਾਡੇ ਖਜ਼ਾਨੇ ਨੂੰ ਦੇਖਣ ਦਾ? ਪੜ੍ਹਦਾ ਹੀ ਨਾ। ਤੋ ਇਸ ਵਾਸਤੇ ਇਹ ਜਿਹੜਾ ਖਜ਼ਾਨਾ ਹੈ ਨਾਮ ਦਾ, ਇਹਦੇ ਤੋਂ ਪੜ੍ਹਦਾ ਨਹੀਂ ਚੁੱਕੀਦਾ। ਭੋਜਨ ਭਜਨ, ਇੱਕ ਭੋਜਨ ਅਤੇ ਇੱਕ ਭਜਨ। ਖਜ਼ਾਨਾ ਪੋਕਟ ਮਨੀ ਜਾਂ ਕੁਛ ਵੀ ਹੈ, ਚਨਾਕਾ ਰਾਜਨੀਤੀ ਵਿੱਚ ਲਿਖਿਆ ਹੋਇਆ ਹੈ ਕਿ ਭੋਜਨ ਭਜਨ ਖਜ਼ਾਨਾ ਨਾਰੀ ਚਾਰੋਂ ਪਰਦੇ ਕੇ ਅਧਿਕਾਰੀ। ਜਿੰਨਾ 'ਚ ਪਰਦੇ 'ਚ ਰਹਿਣਗੇ ਉਹਨਾਂ ਚਿਰ ਸਹੀ ਹੈ। ਅਤੇ ਇਸ ਲਈ ਸਿੰਘ ਭਾਵੇਂ ਗੁੱਸਾ ਕਰੇ, ਪਰ ਮੈਂ ਦੱਸਦਾ ਇਹਦੀ ਅਵਸਥਾ ਕਿ 6 ਮਹੀਨੇ ਹੋ ਗਏ ਨੇ ਮੈਨੂੰ ਇਹਦੇ ਵੱਲ ਵੇਖਦਿਆਂ ਹੋਇਆਂ। ਨਾ ਤਾਂ ਇਹਨੇ ਬੁਰਕੀ ਤੋੜ ਕੇ ਰੋਟੀ ਖਾਧੀ ਹੈ, ਸੌਣਾ ਤਾਂ ਕੀ, ਲੇਟ ਕੇ ਹੇਠਾਂ ਤਾਂ ਲੱਕ ਕੀ ਲਾਉਣਾ, ਇਹਨੇ ਢੋਬ ਨਹੀਂ ਲਾਈ। ਸਾਰੀ ਸਾਰੀ ਰਾਤ ਸਰੋਵਰ ਦੇ ਵਿੱਚ ਪਾਣੀ ਦੇ ਵਿੱਚ ਉਹਨੇ ਤਰਦੇ ਰਹਿਣਾ ਵੀ ਪਾਣੀ 'ਚ ਬੰਦੇ ਨੂੰ ਸੁਸਤੀ ਨਹੀਂ ਪੈਂਦੀ। ਇਸ ਲਈ ਕਿਤੇ ਨੀਂਦ ਨਾ ਆ ਜਾਏ, ਝੋਕਾ ਨਾ ਆ ਜਾਏ।
ਮੱਛੀਆਂ ਤੋੜ ਤੋੜ ਮਾਸ ਖਾਣ ਲੱਗ ਪਈਆਂ। ਕਹਿੰਦੇ ਜੇ ਇਹ ਬੰਦਾ ਸਹੀ ਹੈ ਤੇ ਮੈਂ ਤਾਂ ਫਿਰ ਵੀ ਅੱਧੀ ਕੁ ਰੋਟੀ ਖਾਂਦੇ ਸੀਗੇ, ਦੁੱਧ ਪਦਾਰਥ ਛਕਦੇ, ਵੀ ਮੈਂ ਤਾਂ ਆਪਦਾ ਘਰ ਪੂਰਾ ਕਰ ਹੀ ਲੈਂਦਾ ਹਾਂ, 2 ਘੰਟੇ ਬੈੱਡ ਰੈਸਟ ਕਰ ਹੀ ਲਈਦੀ ਹੈ, ਮੈਨੂੰ ਕੀ ਹੋਇਆ। ਤੋ ਇਸ ਵਾਸਤੇ ਇੱਕ ਬਹੁਤ ਉੱਚੀ ਅਵਸਥਾ ਹੈ, ਅਫੁਰ ਅਵਸਥਾ, ਜਿਹਦੇ 'ਚ ਫੁਰਨਾ ਵੀ ਕੋਈ ਨਾ ਹੋਵੇ। ਸੋ ਨੀਂਦ ਭੂਖ ਸਾ ਪਰ ਹਰ ਦਿਆਗੀ, ਸੁੰਨੇ ਸੁਨ ਸਮਾਵੈ। ਪਰ ਆਮ ਬੰਦਾ ਕਮਲਾ ਹੋਣ ਤੋਂ ਗਰੇਜ ਕਰੇ, ਪੂਰੀ ਨੀਂਦ ਲਵੇ, ਆਪਦੀ ਭੁੱਖ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੁਛ ਵੀ ਸ਼ਖਸ ਕਹਾ ਕੇ ਤੇ ਪੂਰੀ ਕਰੇ। ਮਹਾਰਾਜ ਨੇ ਆਖਿਆ ਹੈ, ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕੋ ਪਾਲ। ਸੱਚਖੰਡ ਹਰਿਮੰਦਰ ਸਾਹਿਬ ਸਰੋਵਰ ਬਣਾਇਆ ਮਹਾਰਾਜ ਨੇ, ਕਾਹਦੇ ਲਈ? ਹੁਣ ਆਪਾਂ ਜਾਈਦਾ, ਭੱਜੇ ਭੱਜੇ ਜਾਈਦਾ, ਗੱਡੀ ਦਾ ਤੇਲ ਵੀ ਬਾਲੀਦਾ, 4 ਘੰਟੇ ਡਰਾਈਵਿੰਗ ਵੀ ਕਰੀਦੀ। ਰੇਲ ਗੱਡੀ 'ਤੇ ਵੇਖੋ ਕਿੰਨਾ ਜ਼ੋਰ ਲੱਗਦਾ ਉਹਦਾ। ਬੱਸ ਦੇ ਵਿੱਚ ਇੱਕ ਵਾਰ ਮੈਂ ਸਾਰੀ ਰਾਤ ਮੀਂਹ 'ਚ ਭਿੱਜਦਾ ਗਿਆ। ਰੋਡਵੇਜ਼ ਦੀਆਂ ਬੱਸਾਂ ਇਸ ਤਰ੍ਹਾਂ ਦੀਆਂ ਹੁੰਦੀਆਂ, ਉਹ ਸੱਜੇ ਹੋਏ ਖੱਬੇ ਹੋਏ, 4 ਚੁਫੇਰਿਓਂ ਬਾਛੜ, ਨਾ ਕੋਈ ਸ਼ੀਸ਼ਾ, ਨਾ ਬੂਹਾ, ਨਾ ਬਾਰੀ। ਠੰਡ 'ਚ ਬੜੀ ਮੁਸ਼ਕਿਲ ਨਾਲ ਪਹੁੰਚੇ ਤੇ ਜਾਂਦਿਆਂ ਸਾਰੀ ਕਮਰਾ ਲੈ ਕੇ ਸੌਂ ਗਏ। ਕੀ ਫਾਇਦਾ ਹੋਇਆ ਦੱਸੋ? ਇਹਦੇ ਨੂੰ ਤਾਂ ਬੰਦਾ ਘਰ ਸੁਹਾਣੇ ਸੁੱਤਾ ਰਹੇ ਤਾਂ ਚੰਗਾ। ਹਰਿਮੰਦਰ ਸਾਹਿਬ ਦਰਬਾਰ ਸਾਹਿਬ ਮਹਾਰਾਜ ਨੇ ਸਰੋਵਰ ਬਣਾਇਆ ਵੀ ਆਪ ਦਾ ਸਿਰ ਡਬੋਵੋ ਰਾਤ ਦੇ 12 ਵਜੇ। ਸਾਥੋਂ ਤਾਂ ਕੁੱਤਾ ਹੀ ਚੰਗਾ ਜਿਹੜਾ ਕੇਸੀ ਇਸ਼ਨਾਨ ਜਿਹੜਾ ਹੈ, ਆ ਜਿਹੜੇ ਆ ਪਸ਼ੂ ਪੰਛੀ ਨੇ ਇਹ ਵੀ ਕਰਨ ਤੋਂ ਗਰੇਜ ਨਹੀਂ ਕਰਦੇ। ਮਹਾਰਾਜ ਕਹਿੰਦੇ, ਨਾਨਕ ਜੇ ਸਿਰ ਖੁੱਥੇ ਨਾਮ ਨਾਹੀ ਤਾਂ 7 ਚੱਟੇ ਸਿਰ ਛਾਈ। ਤੇ ਇਸ ਵਾਸਤੇ ਦਿਮਾਗ ਟਿਕਾਣੇ ਆ ਜਾਂਦਾ। ਸਰੋਵਰ 'ਚ ਡੁਬਕਾ ਲਾਓ ਤੇ ਕੰਢੇ ਚੌਂਕੜਾ ਮਾਰੋ, ਤੇ ਪਰ ਬੰਦੇ ਨੂੰ ਭੁੱਖ ਲੱਗ ਜਾਂਦੀ ਹੈ, ਕੀ ਕਰੇ। ਤੋ ਇਸ ਵਾਸਤੇ ਗੁਰੂ ਮਹਾਰਾਜ ਨੇ ਵੇਖੋ ਗੁਰੂ ਘਰ ਦੇ ਵਿੱਚ 5 ਮੰਜ਼ਲਾਂ ਗੁਰੂ ਰਾਮਦਾਸ ਦਾ ਲੰਗਰ ਬਣਾਇਆ, ਜੋ ਸਾਰੀ ਰਾਤ ਵੀ ਤੇ ਦਿਨੇ ਵੀ ਚੱਲਦਾ ਰਹਿੰਦਾ। ਭੁੱਖ ਲੱਗੀ ਹੈ, ਆਪਦੇ ਭਜਨ ਨੂੰ ਵਿਸ਼ਰਾਮ ਦਿਓ ਤੇ ਜਾ ਕੇ ਰੋਟੀ ਖਾ ਕੇ ਆਓ ਲੰਗਰ ਵਿੱਚੋਂ। ਜੇ ਨਹੀਂ ਪ੍ਰਸ਼ਾਦੇ ਦੀ ਭੁੱਖ ਤਾਂ ਗੁਰੂ ਮਹਾਰਾਜ ਨੇ ਹਰਿਮੰਦਰ ਸਾਹਿਬ ਦੇ ਅੰਦਰ ਕੜਾਹ ਪ੍ਰਸ਼ਾਦ ਦੀ ਪ੍ਰੋਵੀਜ਼ਨ ਤਿਆਰ ਕੀਤੀ ਹੈ। 2:30 ਵਜੇ ਸਕੀ ਵੀ ਮਾਂ, ਤੁਸੀਂ ਕਹਿ ਕੇ ਵੇਖੋ, ਲੋਕ ਆਪੇ ਚਾਹ ਬਣਾ ਕੇ ਪੀ ਕੇ ਆਉਂਦੇ ਨੇ ਜਿਹੜੇ ਅੰਮ੍ਰਿਤ ਵੇਲੇ ਸਵਖਤੇ ਉੱਠਦੇ ਨੇ। ਮਾਵਾਂ ਦੇ ਭੈਣਾਂ ਇੰਨੀ ਜਲਦੀ ਨਹੀਂ ਉੱਠਦੀਆਂ। ਆਪਾਂ ਕੀ ਕਰੀਏ, ਸਾਰੀ ਦਿਹਾੜੀ ਦਾ ਕੰਮ ਕਰਦੇ ਥੱਕ ਜਾਂਦੇ। ਸੋ ਭੈਣਾਂ ਨੂੰ ਸਾਰੀ ਦਿਹਾੜੀ ਕੰਮ ਕਰਨਾ, ਘਰ 'ਚ ਪਹਿਰਾ ਦੇਣਾ ਪੈਂਦਾ। ਹੁਣ ਤੁਸੀਂ 2:30 ਵਜੇ ਉੱਠੇ ਹੋ ਤੇ ਹੁਣ ਦੂਜੇ ਨੇ ਤਾਂ ਸਾਰੀ ਦਿਹਾੜੀ ਕੰਮ ਕਰਨਾ, ਆਪੇ ਬਣਾਓ ਤੇ ਆਪੇ ਪੀਓ। ਕੋਈ ਮਾਂ ਇਹੋ ਜਿਹੀ ਨਹੀਂ ਜਿਹੜੀ 6 ਵਜੇ ਤੋਂ ਪਹਿਲਾਂ ਤੁਹਾਨੂੰ ਚਾਹ ਜਾਂ ਪਰੌਂਠਾ ਦੇ ਦੇ। ਪਰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਦਰ ਇਹੋ ਜਿਹਾ, ਜਦੋਂ ਵੀ ਭੁੱਖ ਲੱਗਣੀ 2:30 ਵਜੇ 2 ਬਾਲਟੀਆਂ ਭਰ ਕੇ ਰਾਗੀ ਭਾਈ ਸ਼ਾਮ ਸਿੰਘ ਜੀ ਧਰਮਸ਼ਾਲਾ ਜੋ ਸਪੈਸ਼ਲ ਆਉਂਦੀਆਂ ਵੀ ਅਕਾਲੀਆਂ ਨੂੰ ਵੀ ਖਿੱਚ ਲਾ ਦਈਏ, ਹੈ ਤਾਂ ਦਰਬਾਰ ਸਾਹਿਬ ਦੇ ਪ੍ਰਬੰਧ ਵੱਲੋਂ ਵੀ ਪ੍ਰਸ਼ਾਦ ਆਉਂਦਾ, ਪਰ ਉਹਨਾਂ ਵੱਲੋਂ ਸਪੈਸ਼ਲ 2:30 ਵਜੇ ਭੋਗ ਲੱਗਦਾ ਤੇ ਡੋਨਿਆਂ 'ਚ ਪਾ ਕੇ ਦਿੰਦੇ। ਭਜਨ ਕਰਨ ਵਾਲਿਆਂ ਨੂੰ ਸਰੀਰ ਤਾਂ ਸਰੀਰ ਹੀ ਹੈ ਵੀ ਲਓ ਭਾਈ ਪ੍ਰਸ਼ਾਦ ਛਕੋ। ਤੇ ਜੇ ਬਾਹਰ ਆਉਣਾ ਤੇ ਡਰਮ 2 ਮਹਾਂਪੁਰਖਾਂ ਵੱਲੋਂ, ਪਤਾ ਨਹੀਂ ਕਿਹੜੇ ਮਹਾਂਪੁਰਖ, ਦੁੱਧ ਦੇ ਭਰ ਕੇ ਸੇਵਾਦਾਰਾਂ ਨੂੰ, ਸੰਗਤਾਂ ਨੂੰ, ਜਿਹੜਾ ਵੀ ਕੋਈ ਅੰਮ੍ਰਿਤ ਵੇਲੇ ਜਾਗਦਾ। ਤੋ ਗੁਰੂ ਘਰ ਦੇ ਵਿੱਚ ਮਹਾਰਾਜ ਨੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਤੇ ਪ੍ਰਸ਼ਾਦ ਪ੍ਰਾਪਤ ਕੀਤਾ। ਵਾਹਿਗੁਰੂ ਦੇ ਦਰ ਵੱਲੋਂ ਲਿਆ ਕੇ ਸੰਗਤਾਂ ਨੂੰ ਬਖਸ਼ਿਸ਼ ਕੀਤਾ ਹੈ। ਤੋ ਇਸ ਵਾਸਤੇ ਇਹ ਬਹੁਤ ਉੱਚੀ ਅਵਸਥਾ ਹੈ। ਸੋ ਆਪਾਂ ਬਚਨ ਕਰ ਰਹੇ ਸੀ, ਵਿਚਾਰ ਕਰ ਰਹੇ ਸੀ ਵੀ ਕੋਈ ਵੀ ਹੈ ਉਹਦੇ ਵਿੱਚੋਂ ਗੁਣ ਗ੍ਰਹਿਣ ਕਰੀਏ।
ਜਿਹੜੇ ਸ਼ਾਸਤਰ ਨੇ ਹੈ ਭਾਵੇਂ ਕਰਮਕਾਂਡੀ ਜਾਂ ਹਿੰਦੂ ਮਤ ਵਾਲੇ, ਪਰ ਉਹਨਾਂ ਦੇ ਵਿੱਚੋਂ ਵੀ ਪ੍ਰਭੂ ਪ੍ਰਾਪਤੀ ਦੇ ਗੁਣ ਆਪਾਂ ਲੈ ਸਕਦੇ ਹਾਂ। ਸਾਂਖ ਚੇਤਨ ਦੇ ਸਰੂਪ ਨੂੰ ਜਾਣਨ ਲਈ ਸਹਾਇਕ ਹੈ। ਨਿਆਇਕ ਕਰਤਰੀ ਭਾਵ ਨੂੰ ਸਿੱਧ ਕਰਨ 'ਚ ਸਹਾਇਕ ਹੈ ਕਿ ਕਰਤਾ ਪਰਮੇਸ਼ਰ ਹੈ। ਵਿਸ਼ੇਸ਼ ਸ਼ਾਸਤਰ ਸਮਾਂ ਐਵੇਂ ਨਾ ਲੰਘਾਓ, ਸਮੇਂ ਦੀ ਕਦਰ ਕਰਨ ਦੇ ਵਿੱਚ ਸਹਾਇਕ ਹੈ ਕਿ ਸਮੇਂ ਦੀ ਨਬਜ਼ ਨੂੰ ਪਹਿਚਾਣੋ ਤੇ ਸਮੇਂ ਨੂੰ ਸਫਲ ਕਰੋ। ਲੰਘ ਗਿਆ ਨਾ ਮੁੜ ਕੇ ਆਉਂਦਾ, ਭਾਈ ਵੀਰ ਸਿੰਘ ਨੇ ਲਿਖਿਆ ਸਮਾਂ ਕਵਿਤਾ ਦੇ ਵਿੱਚ। ਇੱਕ ਵਾਰ ਉਹ ਜੇ ਲੰਘ ਜਾਏ ਤੇ ਬਾਅਦ ਵਿੱਚ ਹੱਥ ਨਹੀਂ ਆਉਂਦਾ। ਇਸ ਲਈ ਕਬੀਰ ਕਾਲ ਕਰਨ ਦਾ ਅਵੈ ਕਰ, ਅਬ ਕਰਤਾ ਸੋਈ ਤਾਲ, ਪਾਛੇ ਕਛੂ ਨਾ ਹੋਏਗਾ, ਜਾਓ ਸਿਰ ਪਰ ਆਵੇ ਕਾਲ। ਇਸ ਲਈ ਸਮੇਂ ਨੂੰ ਸੰਭਾਲੋ। ਦੁੱਧਾ ਥਣੀ ਨਾ ਆਵੇ ਫਿਰ ਹੋਏ ਨਾ ਮੇਲਾ। ਆ ਜਿਹੜਾ ਮੇਲਾ ਹੈ ਇਹ ਹਮੇਸ਼ਾ ਨਹੀਂ ਜੇ ਰਹਿਣਾ, ਇਹ ਮੁੱਕ ਜਾਣਾ ਹੈ, ਸਮਾਪਤ ਹੋ ਜਾਣਾ ਹੈ। ਤੇ ਇਸ ਲਈ ਜਿਹੜਾ ਦੁੱਧ ਦੋਧੀਆਂ ਦੇ ਵਿੱਚੋਂ ਨਿਕਲ ਗਿਆ ਉਹ ਮੁੜ ਕੇ ਬਾਅਦ ਵਿੱਚ ਨਹੀਂ ਆਉਂਦਾ। ਇਸ ਲਈ ਸਮੇਂ ਨੂੰ ਪਹਿਚਾਣੋ। ਕਬੀਰ ਕਾਲ ਕਰਨ ਦਾ ਅਵੈ ਕਰ, ਅਬ ਕਰਤਾ ਸੋਈ ਤਾਲ, ਪਾਸ਼ੇ ਕਛੂ ਨਾ ਹੋਏਗਾ, ਜੋ ਸਿਰ ਪਰ ਆਵੇ ਕਾਲ। ਛੇਵਾਂ ਵਿਦਾਂਤ ਗਿਆਨ ਵਾਸਤੇ ਸਹਾਇਕ ਹੈ। ਇੰਜ ਇਹਨਾਂ ਛਿਆਂ ਦਾ ਰੋਟੀ ਪਕਾ ਕੇ ਖਾਣ ਵਾਂਗ ਇਹ ਗਿਆਨ ਦੀ ਪ੍ਰਾਪਤੀ ਦਾ ਹੀ ਸਿੱਟਾ ਨਿਕਲਦਾ। ਜਿਵੇਂ 6 ਨੇਤਰਹੀਣਾਂ ਨੂੰ ਜੋ ਹਾਥੀ ਦੇ ਬਾਰੇ ਜਾਣਨਾ ਚਾਹੁੰਦੇ ਸੀ, ਕਿਸੇ ਨੇ ਹਾਥੀ ਵਿਖਾਇਆ, ਇੱਕ ਨੂੰ ਲੱਤਾਂ ਦਿਖਾਈਆਂ, ਦੂਜੇ ਨੂੰ ਸੁੰਡ, ਤੀਜੇ ਨੂੰ ਪੂੰਛ, ਚੌਥੇ ਨੂੰ ਪੇਟ, ਪੰਜਵੇਂ ਨੂੰ ਕੰਨ, ਛੇਵੇਂ ਨੂੰ ਸਿਰ ਦਿਖਾਇਆ। ਉਹ 6 ਨੇਤਰਹੀਣ ਵਿਚਾਰ ਕਰਨ ਲੱਗੇ ਕਿ ਹਾਥੀ ਕਿਹੋ ਜਿਹਾ ਹੈ। ਤਾਂ ਜੋ ਹਾਥੀ ਦਾ ਅੰਗ ਹੱਥਾਂ ਨਾਲ ਸਪਰਸ਼ ਕਰਕੇ ਸਮਝਿਆ ਉਹ ਦੱਸਣ ਲੱਗੇ। ਜਿਹਨੇ ਲੱਤਾਂ ਟੋਹ ਕੇ ਵੇਖੀਆਂ ਉਹ ਕਹਿੰਦਾ ਕਿ ਹਾਥੀ ਥੰਮਲੇ ਵਰਗਾ। ਜਿਹਨੇ ਸੁੰਡ ਵੇਖੀ ਉਹ ਕਹਿੰਦਾ ਨਹੀਂ ਨਹੀਂ ਤੂੰ ਝੂਠ ਬੋਲਦਾ, ਹਾਥੀ ਤਾਂ ਕੇਲੇ ਵਰਗਾ ਹੈ। ਤੀਜਾ ਕਹਿੰਦਾ ਨਹੀਂ ਤੁਹਾਨੂੰ ਕਿਸੇ ਨੂੰ ਨਹੀਂ ਪਤਾ। ਜਿਹਨੇ ਪੂਛ ਵੇਖੀ ਸੀ ਉਹ ਕਹਿੰਦਾ ਹਾਥੀ ਰੱਸੇ ਵਰਗਾ ਹੈ। ਚੌਥਾ ਕਹਿੰਦਾ ਨਹੀਂ। ਜਿਹਨੇ ਪੇਟ ਵੇਖਿਆ ਉਹ ਕਹਿੰਦਾ ਹਾਥੀ ਗਹੀਰੇ ਵਰਗਾ, ਜਿਸ ਤਰ੍ਹਾਂ ਪਾਥੀਆਂ ਦਾ ਘੀਰਾ ਲੱਗਾ ਹੁੰਦਾ। ਪੰਜਵਾਂ ਜਿਹਨੇ ਕੰਨ ਵੇਖੇ ਸੀ ਉਹਨੇ ਕਿਹਾ ਵੀ ਹਾਥੀ ਤਾਂ ਛੱਜ ਵਰਗਾ ਹੁੰਦਾ। ਛੇਵਾਂ ਜਿਹਨੇ ਸਿਰ ਵੇਖਿਆ ਉਹ ਕਹਿੰਦਾ ਹਾਥੀ ਤਾਂ ਮਨਾਰੇ ਵਰਗਾ ਹੁੰਦਾ ਹੈ। ਇਹ ਉਹਨਾਂ ਦਾ ਮਤਭੇਦ ਹੋ ਗਿਆ, ਇੱਕ ਦੂਜੇ ਨਾਲ ਲੜਨ ਲੱਗ ਪਏ। ਉਹ ਕਹੇ ਇਸ ਤਰ੍ਹਾਂ ਦਾ, ਉਹ ਕਹੇ ਇਸ ਤਰ੍ਹਾਂ ਦਾ। ਸਾਡਾ ਕੰਮ ਇਸ ਤਰ੍ਹਾਂ ਦਾ ਹੀ ਹੈ, ਕੋਈ ਟਕਸਾਲੀ, ਕੋਈ ਮਿਸ਼ਨਰੀ, ਅਤੇ ਕੋਈ ਕੁਛ ਕੋਈ ਕੁਛ। ਇੱਕ ਦੂਜੇ ਨਾਲ ਸਿਰ ਫਸਾ ਕੇ ਲੜੀ ਜਾਂਦੇ ਆ, ਅਭਿਆਸ ਕੋਈ ਨਹੀਂ ਕਰਦਾ। ਜੇ ਪੁੱਛੋ ਵੀ ਮੂਲ ਮੰਤਰ ਠੀਕ ਹੈ, ਗੁਰਪ੍ਰਸਾਦ ਤੱਕ ਆਪਾਂ ਮੰਨਦੇ ਹਾਂ, ਪਰ ਤੁਸੀਂ ਦੱਸੋ ਵੀ ਮਾਲਾ ਕਿੰਨੀਆਂ ਫੇਰਦੇ ਹੋ? ਉਹ ਨਹੀਂ ਕੋਈ ਵੀ। ਭਜਨ ਕਰਨ ਵਾਲਾ ਤਾਂ ਚਰਚਾ 'ਚ ਪੈਂਦਾ ਹੀ ਨਹੀਂ। ਲੜਦੇ ਉਹੀ ਨੇ ਜਿੰਨਾ ਕਰਨਾ ਕੱਖ ਨਹੀਂ। ਉਹ ਦੂਜਿਆਂ ਦਾ ਵੀ ਮਨ ਵਿਗਾੜਦੇ ਨੇ। ਸਿਆਣਾ ਬੰਦਾ ਆ ਕੇ ਕਹਿੰਦਾ ਭਾਈ ਹਾਥੀ ਤਾਂ ਇੱਕੋ ਹੀ ਹੈ, ਸਾਨੂੰ ਸਿਰਫ ਦਿਖਦਾ ਨਹੀਂ ਹੈ। ਜੋ ਕੁਛ ਤੁਹਾਨੂੰ ਅਨੁਭਵ ਹੋਇਆ, ਹੱਥ ਨਾਲ ਟੋਹ ਕੇ ਦੇਖਿਆ, ਬਸ ਉਸੇ ਨੂੰ ਹੀ ਲੈ ਕੇ ਤੁਸੀਂ ਲੜੀ ਜਾ ਰਹੇ ਹੋ। ਕਿਉਂ ਰੱਬ ਦੇ ਅਨੇਕਾਂ ਹੀ ਭੇਤ ਨੇ। ਜਿੰਨਾ ਸੇਵਾ ਕਰਕੇ ਪਾਇਆ, ਕਾਰ ਸੇਵਾ ਵਾਲੇ ਗੁਰਦੁਆਰਾ ਨਹੀਂ ਬਣਾਉਂਦੇ, ਮਤਲਬ ਬਿਲਡਿੰਗ ਤਾਂ ਬਣਾਉਂਦੇ ਨੇ, ਪਰ ਉਹ ਮਹਾਰਾਜ ਦੇ ਪ੍ਰਕਾਸ਼ ਨੂੰ ਕੋਈ ਅਹਿਮੀਅਤ ਨਹੀਂ ਦਿੰਦੇ। ਮੱਥਾ ਟੇਕਣਾ, ਸਾਡੇ ਵਾਂਗ ਕਥਾ ਕਰਨੀ, ਸੁਣਨੀ, ਕੋਈ ਮਤਲਬ ਨਹੀਂ। ਆਪਦਾ ਸਤਿਨਾਮ ਵਾਹਿਗੁਰੂ ਕਰੋ ਤੇ ਟੋਕਰੀ ਢੋਵੋ, ਬਸ ਇਸੇ ਨੂੰ ਰੱਬ ਮੰਨਿਆ ਹੋਇਆ। ਕਿਉਂਕਿ ਉਹ ਜਿੰਨੇ ਵੀ ਸੇਵਾਦਾਰ ਸਾਰੇ ਸਾਧੂ ਬਿਰਤੀ ਵਾਲੇ, ਤੋ ਇਸ ਵਾਸਤੇ ਸਤਿਨਾਮ ਵਾਹਿਗੁਰੂ ਕਹਿੰਦੇ ਸਹੀ ਹੈ। ਨਾਮ ਘਰ ਬਣਾਏ ਹੋਏ ਨੇ ਤੇ ਆਪਦਾ ਨਾਮ ਜਪੋ 2-3 ਘੰਟੇ ਤੇ ਟੋਕਰੀ ਢੋਵੋ। ਤੇ ਜੇ ਆਪਾਂ ਉਹਨਾਂ ਨਾਲ ਜਾ ਕੇ ਲੜੀਏ ਤਾਂ ਮੂਰਖ ਮੱਤ ਹੈ। ਆ ਪਿੰਗਲਵਾੜੇ ਵਾਲੇ, ਯਤੀਮਖਾਨੇ ਵਾਲੇ, ਉਹ ਇਹਨਾਂ ਦਾ ਕੇਵਲ ਸੇਵਾ ਨਾਲ ਮਤਲਬ ਹੈ ਵੀ ਕਿਸੇ ਗਰੀਬ ਗੁਰਬੇ ਲੋੜਵੰਦ ਦੀ ਹੈਲਪ ਕਰੋ, ਇਹਦੇ ਵਿੱਚ ਹੀ ਪ੍ਰਭੂ ਭਗਵਾਨ ਦੀ ਪ੍ਰਾਪਤੀ ਹੈ। ਤੋ ਇਸ ਵਾਸਤੇ ਭਿੰਡਰਾਂ ਵਾਲੇ ਸੰਤ ਮਹਾਂਪੁਰ ਜਿਹੜਾ ਕਥਾ 'ਚ ਨਾ ਜਾਣਾ ਤੇ ਉਹਨੂੰ ਕਹਿਣਾ ਭਾਈ ਚਲੋ ਆਪਦੇ ਘਰ ਨੂੰ, ਜਾਂ ਸਜ਼ਾ ਦੇਣੀ। ਤੋ ਇਸ ਵਾਸਤੇ ਵੱਖੋ ਵੱਖਰੇ ਵਿਚਾਰ, ਜਿਵੇਂ ਜਿਵੇਂ ਕਿਸੇ ਨੂੰ ਆਨੰਦ ਆਉਂਦਾ ਤਿਵੇਂ ਤਿਵੇਂ ਉਹ ਪ੍ਰਭੂ ਦੇ ਰਸਤੇ ਤੁਰਦਾ। ਪਰ ਇਹਦੇ ਵਿੱਚ ਝਗੜੇ ਵਾਲੀ ਕੋਈ ਬਾਤ ਨਹੀਂ ਹੈ। ਸੋ ਮਹਾਰਾਜ ਨੇ ਕਿਹਾ ਖੋਜੀ ਉਪਜੈ ਬਾਦੀ ਬਿਨਸੈ ਹੂੰ ਬਲ ਬਲ ਗੁਰ ਕਰਤਾਰਾ।
ਇਉਂ ਛੇ ਸ਼ਾਸਤਰ ਜਾਂ ਸਾਰੇ ਜਿੰਨੇ ਵੀ ਗ੍ਰੰਥ ਨੇ ਇੱਕ ਬ੍ਰਹਮ ਦਾ ਹੀ ਕਥਨ ਕਰਦੇ ਨੇ। ਇਹਨਾਂ ਨੂੰ ਪੜ੍ਹ ਕੇ ਸਾਨੂੰ ਚਰਚਾ 'ਚ ਨਹੀਂ ਪੈਣਾ ਚਾਹੀਦਾ, ਝਗੜੇ 'ਚ ਨਹੀਂ ਪੈਣਾ ਚਾਹੀਦਾ। ਜੋ ਤੁਹਾਡਾ ਦਿਲ ਕਰਦਾ ਕਰੀ ਜਾਓ ਬਸ, ਪਰ ਸ਼ਰਧਾ ਰੱਖੋ, ਪ੍ਰਭੂ ਪ੍ਰਾਪਤੀ ਦਾ ਧਿਆਨ ਰੱਖੋ। ਇੱਕ ਬੰਦਾ ਸੀਗਾ, ਉਹ ਸੰਤਾਂ ਕੋ ਗਿਆ, ਕਹਿਣ ਲੱਗਾ ਜੀ ਮੈਂ ਰੱਬ ਨੂੰ ਮਿਲਣਾ, ਕੋਈ ਉਪਦੇਸ਼ ਦਿਓ, ਗੁਰ ਮੰਤਰ। ਉਹ ਜਾ ਰਹੇ ਸੀ ਜੰਗਲ ਪਾਣੀ, ਕਹਿਣ ਲੱਗੇ ਆ ਕੋਈ ਟਾਈਮ ਹੈ? ਬੰਦਾ ਵੇਖੀਏ ਤਾਂ ਸਹੀ, ਉਪਦੇਸ਼ ਲੈਣ ਦਾ ਕੋਈ ਸਮਾਂ ਵੀ ਹੁੰਦਾ। ਕਹਿੰਦਾ ਮਹਾਂਪੁਰਖੋ ਕਿਰਪਾ ਕਰੋ ਜੀ, ਤੇ ਮੈਨੂੰ ਉਪਦੇਸ਼ ਦਿਓ। ਕਹਿੰਦੇ ਭਾਜਾ ਲੋਟਾ ਮਾਰਾਂਗੇ। ਉਹਨੇ ਉਹੀ ਗੁਰ ਮੰਤਰ ਸਮਝ ਲਿਆ, ਰੱਬ ਦਾ ਨਾਮ ਤਾਂ ਨਹੀਂ ਸੀਗਾ, ਪਰ ਉਸੇ ਦਾ ਹੀ ਜਾਪ ਕਰਨ ਲੱਗ ਪਿਆ। ਅਰਥ ਕੱਢ ਲਏ ਕਿ ਦੇਹ ਅਧਿਆਸ ਵੱਲੋਂ ਭੱਜ ਜਾ, ਨਹੀਂ ਤਾਂ ਜੂਨਾਂ 'ਚ ਲਟਾਉਣ ਰੂਪੀ ਲੋਟਾ ਮਾਰਾਂਗੇ। ਉਹਦੇ ਨਾਲ ਹੀ ਉਹਦੀ ਮੁਕਤੀ ਹੋ ਗਈ ਸੀ। ਅਸੀਂ ਤਾਂ ਫਿਰ ਵੀ ਚੰਗਾ ਭਲਾ ਵਾਹਿਗੁਰੂ ਵਾਹਿਗੁਰੂ, ਭਾਵੇਂ ਗੁਰਪ੍ਰਸਾਦ ਤਾਂ ਕੀ ਕਰੋ, ਹੈ ਤਾਂ ਉਹ ਵੀ ਬਾਣੀ ਹੋਈ ਹੈ। ਤੇ ਇਸ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਮੁੱਚੀ ਬਾਣੀ ਵੇਖੋ ਬ੍ਰਹਮ ਦਾ ਕਥਨ ਕਰਦੀ ਹੈ। ਇਹਨੂੰ ਪੜ੍ਹ ਕੇ ਕਿਉਂ ਨਹੀਂ ਮੁਕਤੀ ਮਿਲੇਗੀ? ਝਗੜੇ ਦਾ ਤਿਆਗ ਕਰੀਏ ਤੇ ਇੱਕ ਪ੍ਰਭੂ ਦੀ ਪ੍ਰਾਪਤੀ ਦਾ ਧਿਆਨ ਰੱਖੀਏ। ਇਸ ਲਈ ਮਹਾਰਾਜ ਕਥਨ ਕਰਦੇ ਹਨ, ਜਿਸ ਦਰ ਕਾਰਨ ਫਿਰਾਇ ਉਦਾਸੀ, ਜਿਸ ਸ਼ਾਸਤਰ ਗਿਆਨ ਰੂਪੀ ਦਰਵਾਜ਼ੇ ਵਾਸਤੇ ਮੈਂ ਉਦਾਸ ਹੋਈ ਫਿਰਦੀ ਸਾਂ, ਸੋ ਦਰ ਕੋਈ ਆਏ ਕਹਾ। ਉਹ ਦਰ ਕੋਈ ਆ ਕੇ ਕਹੇ, ਭਾਵ ਸਤਿਗੁਰੂ ਜੀ ਹੀ ਅਦਵੈਤਵਾਦ ਨੂੰ ਸਿੱਧ ਕਰਕੇ ਦੱਸਣਗੇ, ਨਹੀਂ ਤਾਂ ਸਾਰੇ ਸ਼ਾਸਤਰ ਭਿੰਨ ਭਿੰਨ ਗਿਆਨ ਦਾ ਹੀ ਕਥਨ ਕਰਦੇ ਹਨ। ਬਿਨ ਬਿਦ ਸਾਗਰ ਤਰੀਆ, ਇਹ ਸਤਿਗੁਰੂ ਜੀ ਕਿਸ ਤਰੀਕੇ ਨਾਲ ਸੰਸਾਰ ਸਮੁੰਦਰ ਤੋਂ ਪਾਰ ਹੋਣਾ ਕਰੀਏ। ਜੀਵਤ ਆ ਨਹਿ ਮਰੀਐ, ਬਾਣੀ ਇਸੇ ਲਈ ਗੁਰੂ ਹੈ, ਆਪੇ ਹੀ ਸਵਾਲ ਤੇ ਆਪੇ ਹੀ ਜਵਾਬ ਦਿੰਦੇ। ਮਹਾਰਾਜ ਕਹਿੰਦੇ ਜੀਵਤ ਭਾਵ ਵੱਲੋਂ ਮਰ ਜਾ। ਜੇ ਗੁਰੂ ਕਹੇ ਨਾ ਮਰ ਜਾ, ਤੇ ਮਰਨ ਦੇ ਵਿੱਚ ਹੀ ਭਲਾ ਹੈ। ਇੱਕ ਜਾਨੀ ਫਕੀਰ ਆਇਆ ਸੀਗਾ ਮੁਸਲਮਾਨ, ਗੁਰੂ ਹਰਗੋਬਿੰਦ ਸਾਹਿਬ ਦੇ ਕੋਲ। ਉੱਥੇ ਸ੍ਰੀ ਹਰਗੋਬਿੰਦਪੁਰ ਨਗਰ ਦੀ ਗੱਲ ਹੈ। ਕਹਿੰਦਾ ਜੀ ਜਾਨੀ ਕੋ ਜਾਨੀ ਮਿਲਾ ਦੇ, ਯਾਨੀ ਜਾਨੀ ਉਹਦਾ ਨਾਮ ਸੀਗਾ, ਤੇ ਜਾਨੀ ਪ੍ਰਭੂ ਨੂੰ ਕਹਿ ਰਿਹਾ ਸੀ। ਮਾਰੇ ਕਹਿੰਦੇ ਜਾਨੀ ਨੂੰ ਮਿਲਣਾ? ਕਹਿੰਦਾ ਜੀ ਹਾਂ। ਕਹਿੰਦਾ ਡੁੱਬ ਕੇ ਮਰ ਜਾ। ਉਹ ਸੱਚਮੁੱਚ ਹੀ ਜਾ ਕੇ ਛਾਲ ਮਾਰ ਦਿੱਤੀ ਉਹਨੇ। ਗੁਰੂ ਸਾਹਿਬ ਨੇ ਸਿੰਘ ਭੇਜ ਕੇ ਉਹਨੂੰ ਬੁਲਾਇਆ। ਮਤਲਬ ਜਿਹੜਾ ਆਪਣਾ ਆਪ ਸਮਰਪਿਤ ਕਰ ਦੇ। ਪੰਜਾਂ ਪਿਆਰਿਆਂ ਦੀ ਗੱਲ ਉਦੋਂ ਬਣੀ। ਪਹਿਲਾਂ ਤਾਂ ਦਇਆ ਰਾਮ ਦੇ ਧਰਮ ਚੰਦ ਹੀ ਸੀਗੇ। ਪੰਜ ਪਿਆਰੇ ਉਦੋਂ ਕਹਿਲਾਏ ਜਦੋਂ ਉਹਨਾਂ ਨੇ ਆਪ ਦਾ ਸੀਸ ਗੁਰੂ ਜੀ ਨੂੰ ਭੇਟਾ ਕਰ ਦਿੱਤਾ। ਇਸ ਲਈ ਇਹ ਜਿਹੜੀ ਕਲਾਸ ਹੈ, ਇਹ ਸਿਰਾਂ ਵਾਲਿਆਂ ਦੀ ਕਲਾਸ ਨਹੀਂ। ਜਿਨ੍ਹਾਂ ਦੇ ਸੀਸ ਧੜ ਦੇ ਇਹਨਾਂ ਨੂੰ ਜੁਦਾ ਹੋ ਚੁੱਕੇ ਨੇ, ਸਿਰ ਵੱਡਿਆਂ ਦੀ ਕਲਾਸ ਹੈ। ਮਾਫ ਕਰਨਾ। ਸਤਿਗੁਰੂ ਨਾਨਕ ਦੇਵ ਮਹਾਰਾਜ ਦਾ ਬਚਨ ਹੈ, ਜਾਓ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ ਗੁਰੂ ਜੀ, ਜੀਵਤ ਭਾਵ ਵੱਲੋਂ ਮਰਿਆ ਨਹੀਂ ਜਾਂਦਾ। ਕਿਵੇਂ ਮਰੀਏ ਜੀ? ਤਾਂ ਸਹਿਬ ਰਹਾਓ ਵਿਸ਼ਰਾਮ ਦੇ ਕੇ ਇਹਨਾਂ ਪ੍ਰਸ਼ਨਾਂ ਦਾ ਉੱਤਰ ਅਖੀਰ 'ਚ ਸਪਸ਼ਟ ਕਰਨਗੇ। ਪਹਿਲਾਂ ਜੋ ਪ੍ਰਮਾਤਮਾ ਦੇ ਦਰ 'ਚ ਪਹੁੰਚਿਆ ਨਹੀਂ ਜਾਂਦਾ, ਉਹਨਾਂ ਕਠਿਨਤਾਈਆਂ ਕਾਰਨਾਂ ਦਾ ਵੇਰਵਾ ਦਿੰਦੇ ਹਨ। ਜਦੋਂ ਕਿਤੇ ਜਾਣਾ ਹੋਵੇ ਤਾਂ ਦਰਵਾਜ਼ਾ ਬੰਦ ਹੁੰਦਾ। ਕਿਲੇ ਦੇ ਦੁਆਲੇ ਦੁਆਲੇ ਖਾਈ ਹੁੰਦੀ ਹੈ, ਜਿਹੜੀ ਪਾਣੀ ਨਾਲ ਭਰੀ ਹੁੰਦੀ ਹੈ। ਇਉਂ ਜੰਮਣ ਮਰਨ ਦਾ ਦੁੱਖ ਰੂਪੀ ਦਰਵਾਜ਼ਾ ਹੈ। ਕ੍ਰੋਧ ਰੂਪੀ ਰਾਖਾ ਦਰਵਾਜ਼ੇ ਦੇ ਬਾਹਰ ਪਹਿਰਾ ਦੇਣ ਵਾਲਾ ਖੜਾ, ਜੋ ਅੱਖਾਂ ਕੱਢਦਾ, ਪਰਮਾਤਮਾ ਵੱਲ ਜਾਣ ਨਹੀਂ ਦਿੰਦਾ। ਜੜੇ ਆਸਾ ਤੇ ਸੰਸਿਆ ਰੂਪ ਦੋ ਤਖਤੇ ਜੜੇ ਹੋਏ ਹਨ। ਮਾਇਆ ਜਲ ਖਾਈ, ਪਾਣੀ ਘਰ ਬਾਧਿਆ। ਕਿਲਿਆਂ ਦੇ ਦੁਆਲੇ ਪਾਣੀ ਦੀ ਖਾਈ ਹੁੰਦੀ ਹੈ, ਕਿਉਂਕਿ ਕੋਈ ਬੰਬ ਲਾ ਕੇ ਉਡਾ ਨਾ ਦੇਵੇ। ਕਿਉਂ? ਮਾਇਆ ਰੂਪੀ ਪਾਣੀ ਦੀ ਖਾਈ ਹੈ, ਜਾਂ ਮਾਇਆ ਖਾਈ ਵਾਂਗ ਡੂੰਘੀ ਹੈ। ਜਿਵੇਂ ਲੰਕਾ ਦੇ ਦੁਆਲੇ ਦੁਆਲੇ ਸਮੁੰਦਰ ਸੀਗਾ, ਇਹਦੇ 'ਚ ਪਦਾਰਥਾਂ ਰੂਪੀ ਪਾਣੀ ਹੈ। ਇਹਨਾਂ ਪਦਾਰਥਾਂ ਰੂਪੀ ਪਾਣੀ ਵਿੱਚ ਜੀਵਾਂ ਨੇ
ਆਪਣਾ ਘਰ ਬੰਨਿਆ ਹੋਇਆ ਹੈ। ਸਤ ਕਾ ਆਸਣ ਪੁਰਖ ਰਹੈ, ਫਿਰ ਜੀਵ ਸਤ ਸਰੂਪ ਦੇ ਵਿੱਚ ਸਥਿਤ ਕਿਵੇਂ ਰਹਿ ਸਕਦਾ? ਭਾਵ ਨਹੀਂ ਰਹਿ ਸਕਦਾ। ਸਤਪੁਰਖ ਮਹਾਤਮਾ ਜਨ ਐਸੇ ਸੰਸਾਰ 'ਚ ਆਸਨ ਕਰ ਰਹੇ ਹਨ। ਇਸੇ ਪ੍ਰਕਾਰ ਦੁਖ ਦਰਵਾਜ ਪੜੀ ਜਾ ਦੁਖ ਦਰਵਾਜਾ ਰੋਹ ਰਖਵਾਲਾ। ਜਿਸ ਜਪ ਤਪ ਨੂੰ ਦੁੱਖ ਮੰਨਿਆ ਹੋਇਆ, ਇਹ ਜਪ ਤਪ ਰੂਪ ਪ੍ਰਭੂ ਦੀ ਪ੍ਰਾਪਤੀ ਦਾ ਦਰਵਾਜ਼ਾ ਹੈ। ਜੋ ਸਿਮਰਨ ਭਜਨ ਕਰਨ 'ਚ ਆਲਸ ਹੋਣਾ ਹੈ, ਉਂਝ ਕੁਝ ਨਹੀਂ ਪਤਾ ਲੱਗਦਾ, ਪਰ ਬਹਿੰਦਿਆਂ ਸਾਰੀ ਨੀਂਦਰ ਆ ਕੇ ਘੇਰ ਲੈਂਦੀ ਹੈ। ਗੋਡਿਆਂ ਦਾ ਗਿਆਨ ਆ ਜਾਂਦਾ ਕਿ ਇਹਨਾਂ 'ਚ ਦਰਦ ਉੱਠ ਰਹੀ ਹੈ। ਉਹਦੇ ਉੱਪਰ ਕ੍ਰੋਧ ਕਰਨ ਵਿੱਚ ਰਖਵਾਲਾ ਹੈ ਕਿ ਗੁੱਸਾ ਕਰੇ ਵੀ ਭਲਿਆ ਮਾਨਸਾ, ਚੁੱਪ ਕਰਕੇ ਬੈਠਾ ਰਹੋ। ਸਰੀਰ ਦੇ ਉੱਪਰ ਹੀ ਆਪਦੀ ਹੈਂਕੜ ਜਮਾਉਣੀ ਅਰ ਇਹਨੂੰ ਸਮਝਾਉਣਾ ਕਿ ਤੂੰ ਸੇਵਾ ਤੇ ਸਿਮਰਨ 'ਚ ਜੁੜ, ਜਾਂ ਸੁੱਖ ਦੁੱਖ ਵਿੱਚ ਜੋ ਸਮਾਨ ਬਿਰਤੀ ਕਰਨੀ ਹੈ। ਉਹ ਬਥੇਰੀ ਦੁਨੀਆ ਜਿਹੜੀ ਦੁਖੀ ਹੈ, ਤੂੰ ਜੇ ਭਜਨ ਸਿਮਰਨ 'ਚ ਮਾੜਾ ਮੋਟਾ ਕੋਈ ਮੁਸ਼ਕਲ ਹੈ, ਇਹ ਸੁੱਖ ਵਾਲੀ ਗੱਲ ਹੈ। ਇਹ ਪਰਮਾਤਮਾ ਦੀ ਪ੍ਰਾਪਤੀ ਦਾ ਦਰਵਾਜ਼ਾ ਹੈ। ਕ੍ਰੋਧ ਨੂੰ ਰੱਖਣ ਭਾਵ ਰੋਕਣ ਵਾਲਾ ਹੋਣਾ, ਇਹ ਰਖਵਾਲਾ ਹੋਣਾ ਕਰੇ। ਆਸਾ ਅੰਦੇਸਾ ਦੁਈ ਪੱਟ ਜੜੇ, ਪਦਾਰਥਾਂ ਦੀ ਆਸਾ, ਇੱਛਾ ਤੇ ਸੰਸਾ, ਇਹ ਦੋਵੇਂ ਜੜੇ ਹੋਏ ਤਖਤੀਆਂ ਨੂੰ ਅੰਦਰੋਂ ਪੁੱਟ ਦੇਵੇ, ਜਾਂ ਦਵੈਤ ਤੇ ਜੜਤਾ ਬਿਰਤੀ ਨੂੰ ਪੁੱਟ ਦੇਵੇ, ਤਾਂ ਪ੍ਰਭੂ ਦੀ ਪ੍ਰਾਪਤੀ ਦਾ ਦਰਵਾਜ਼ਾ ਖੁੱਲ੍ਹੇਗਾ। ਮਾਇਆ ਜਲ ਖਾਈ, ਜਿਸ ਨੇ ਮਾਇਆ ਭਉ ਭਗਤੀ ਭਾਵ ਪ੍ਰੇਮ ਰੂਪ ਜਲ ਤੇ ਨਿਮਰਤਾ ਰੂਪ ਖਾਈ ਧਾਰਨ ਕੀਤੀ ਹੈ, ਜਾਂ ਜਲ ਭਾਵ ਪਦਾਰਥਾਂ ਦੀ ਇੱਛਾ ਨੂੰ ਖਾ ਲਿਆ, ਅਭਾਵ ਕਰ ਲਿਆ, ਤੇ ਪ੍ਰੇਮ ਰੂਪ ਪਾਣੀ 'ਚ ਆਪਣੇ ਅੰਤःਕਰਨ ਰੂਪ ਘਰ ਨੂੰ ਬੰਨਣਾ ਕੀਤਾ। ਪਾਣੀ ਘਰ ਬਾਧਿਆ, ਭਾਵ ਅੰਤਸ਼ਕਰਨ 'ਚ ਪ੍ਰਭੂ ਦੇ ਪ੍ਰੇਮ ਦਾ ਪ੍ਰਵਾਹ ਚਲਾਇਆ, ਇਹਦੇ ਵਿੱਚ ਆਪ ਦਾ ਘਰ ਬੰਨਿਆ ਹੈ। ਸਤ ਕਾ ਆਸਣ ਪੁਰਖ ਰਹੈ, ਉਹੀ ਸਭ ਸਰੂਪ ਪ੍ਰਮਾਤਮਾ ਦੇ ਵਿੱਚ ਸਥਿਤ ਹੋ ਕੇ ਰਹਿੰਦਾ ਹੈ। ਇਹ ਆਸਾ ਅੰਦੇਸਾ ਦੇ ਤਖਤੇ ਕਿਵੇਂ ਪੁੱਟੇ ਜਾਣਗੇ? ਕਿੰਤੇ ਨਾਮਾ ਅੰਤ ਨਾ ਜਾਣਿਆ, ਆਪਣੇ ਮਨ 'ਚ ਐਸਾ ਨਿਸ਼ਚਾ ਕਰੋ ਕਿ ਹੇ ਪ੍ਰਮਾਤਮਾ, ਤੇਰੇ ਕਿੰਨੇ ਹੀ ਨਾਮ ਨੇ, ਕਿੰਨੇ ਹੀ ਤੇਰੇ ਨਾਮ ਨੂੰ ਜਪਣ ਵਾਲੇ, ਉਹਨਾਂ ਦਾ ਅੰਤ ਨਹੀਂ ਜਾਣਿਆ ਜਾਂਦਾ। ਤੁਮ ਸਾਰ ਨਾਹੀ ਅਵਰ ਹਾਰੇ, ਹੇ ਹਰੀ, ਅਸੀਂ ਕਿਹੜੀ ਗਿਣਤੀ ਵਿੱਚ ਆ, ਤੇਰੇ ਸਦਰਸ਼ ਹੋਰ ਕੋਈ ਨਹੀਂ ਹੈ। ਸੋਦਰ ਦੀ ਪੌੜੀ ਆਪ ਜੀ ਨਿਤ ਪੜ੍ਹਦੇ ਹੋ, ਜਿਹਦੇ ਸਾਰਿਆਂ ਨੂੰ ਗਾਉਂਦੇ ਦਰਸਾਇਆ। ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ, ਉੱਚਾ ਨਹੀਂ ਬੋਲਣਾ ਚਾਹੀਦਾ। ਖਾਸ ਕਰਕੇ ਗੁਰਦੁਆਰੇ ਆ ਕੇ ਕਿਸੇ ਨੂੰ ਦਬਕਾ ਨਾ ਮਾਰੋ, ਉੱਚੀ ਆਵਾਜ਼ ਨਾ ਕੱਢੋ, ਮਤਲਬ ਹੰਕਾਰ ਵਾਲਾ ਬਚਨ ਨਹੀਂ ਕਹਿਣਾ ਚਾਹੀਦਾ। ਆਪਦੇ ਮਨ ਦੇ ਵਿੱਚ ਜੇ ਤੁਹਾਨੂੰ ਰੱਬ ਨੇ ਕੋਈ ਅਹੁਦਾ ਦਿੱਤਾ, ਮਰਾਤਬਾ ਦਿੱਤਾ, ਕੋਈ ਸ਼ਕਤੀ ਦਿੱਤੀ ਹੈ, ਉਹਨੂੰ ਜਰ ਕੇ ਰਹਿਣਾ ਹੀ ਗੁਰਸਿੱਖੀ ਹੈ। ਜੇ ਕੋਈ ਹੰਕਾਰ ਦਾ ਬਚਨ ਕਹੇ, ਉਹਨੂੰ ਮਨ 'ਚ ਸਹਾਰ ਕੇ ਨਿਮਰਤਾ 'ਚ ਰਹੋ। ਗੁਰੂ ਘਰ ਦੇ ਵਿੱਚ ਕੋਈ ਝਗੜਾ, ਕੋਈ ਕਸ਼ਮਕਸ਼ ਨਾ ਹੋਏ। ਹਰੀ ਆਪ ਹੀ ਜੀਵਾਂ ਦੇ ਕਰਮਾਂ ਨੂੰ ਕਹਿੰਦੇ ਜਾਣਦਾ। ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ, ਆਪ ਦੇ ਮਨ ਦੇ ਵਿੱਚ ਰਹੋ, ਕਿਸੇ ਨੂੰ ਉੱਚਾ ਬਚਨ ਨਾ ਬੋਲੋ, ਮਤਲਬ ਚੰਗਾ ਨਾ ਸਮਝੋ। ਆਪਦੇ ਆਪ ਨੂੰ ਦੂਜੇ ਨੂੰ ਨੀਵਾਂ ਦਿਖਾਉਣ ਲਈ ਉੱਚਾ ਬਚਨ ਨਾ ਬੋਲੋ। ਆਪੇ ਜਾਣੈ ਆਪ ਕਰੇ, ਕਿਸੇ ਦੀ ਕੀ ਭਗਤੀ ਹੈ, ਕੋਈ ਕੀ ਕਰ ਰਿਹਾ, ਸਾਡਾ ਕੀ ਅਧਿਕਾਰ ਹੈ ਕਿਸੇ ਨੂੰ ਕਹਿਣ ਦਾ? ਮਹਾਰਾਜ ਆਪ ਹੀ ਜਾਣਦਾ। ਉਹਨੂੰ ਫਲ ਚੰਗਾ ਦੇਣਾ, ਮਾੜਾ ਦੇਣਾ, ਇਹ ਵਾਹਿਗੁਰੂ ਨੂੰ ਪਤਾ। ਸਭ ਦੇ ਹਿਰਦਿਆਂ ਦੀ ਹਾਲਤ ਨੂੰ ਉਹੀ ਜਾਣਦਾ, ਆਪ ਹੀ ਸਾਡੀ ਕਲਿਆਣ ਕਰੇਗਾ। ਇਸ ਤਰ੍ਹਾਂ ਨਿਸ਼ਚੈ ਕਰਕੇ ਆਸਾ ਤੇ ਅੰਦੇਸਾ ਦੇ ਤਖਤੇ ਖੁੱਲ੍ਹਦੇ ਨੇ। ਜੇ ਤੁਸੀਂ ਦੂਜੀਏ ਧਿਆਨ 'ਚ ਲੱਗ ਜਾਓਗੇ, ਫਿਰ ਪ੍ਰਭੂ ਨਾਲੋਂ ਧਿਆਨ ਟੁੱਟ ਜਾਏਗਾ। ਜਬ ਆਸਾ ਅੰਦੇਸਾ ਤਬਹੀ, ਗੁਰਦੁਆਰੇ ਆ ਕੇ ਆਪਾਂ ਰੱਬ ਨੂੰ ਲੱਭਣਾ ਹੈ, ਨਾ ਕਿ ਕਿਸੇ ਦੇ ਔਗਣਾਂ ਨੂੰ ਦੇਖਣਾ। ਜਿੰਨਾ ਚਿਰ ਤੱਕ ਜੀਵ ਨੂੰ ਪਦਾਰਥਾਂ ਦੀ ਉਮੀਦ ਲੱਗੀ ਹੋਈ ਹੈ, ਤਦੋਂ ਉਹਨੂੰ ਸੰਸਾ ਬਣਿਆ ਰਹਿੰਦਾ, ਉਦੋਂ ਤੱਕ। ਕਿਉ ਕਰ ਏਕ ਕਹੈ, ਫਿਰ ਜੀਵ ਕਿਵੇਂ ਕਰਕੇ ਅਦਵੈਤ ਸਰੂਪ ਨੂੰ ਕਹਿ ਸਕਦਾ? ਨਹੀਂ ਕਹਿ ਸਕਦਾ। ਆਸਾ ਭੀਤਰ ਰਹਿ ਨਿਰਾਸਾ, ਆਸਾ ਹੁੰਦੀਆਂ ਤਾਂ ਸਹੀ, ਇਹ ਮੁੱਕ ਤਾਂ ਨਹੀਂ ਸਕਦੀਆਂ,
ਪਰ ਆਸਾ ਰੂਪੀ ਸੰਸਾਰ ਦੇ ਵਿੱਚ ਨਿਰਾਸ਼ਾ ਹੋ ਕੇ, ਆਸਾ ਤੋਂ ਨਿਰਲੇਪ ਹੋ ਕੇ ਰਹਿਣਾ ਕਰੇ। ਤਉ ਨਾਨਕ ਏਕ ਮਿਲੈ। ਕਬੀਰ ਆਸਾ ਕਰੀਏ ਰਾਮ ਕੀ, ਅਵਰੈ ਆਸ ਨਿਰਾਸ, ਨਰਕ ਭਰੇ ਤੇ ਮਨ ਨਹੀਂ ਜੋ ਹਰਿ ਨਾਮ ਉਦਾਸ। ਸਤਿਗੁਰੂ ਜੀ ਕਹਿੰਦੇ ਤਾਂ ਹੀ ਜੀਵ ਅਦੁੱਤੀ ਬ੍ਰਹਮ ਨੂੰ ਮਿਲ ਸਕਦਾ ਹੈ। ਬਿਨ ਬਿਦ ਸਾਗਰ ਤਰੀਐ। ਇਹ ਭਾਈ ਇੰਜ ਸੰਸਾਰ ਰੂਪੀ ਸਮੁੰਦਰ ਤੋਂ ਇਸ ਤਰੀਕੇ ਨਾਲ ਪਾਰ ਹੋਈਦਾ ਹੈ। ਜੀਵਤ ਆਇਓ ਮਰੀਐ। ਤੇ ਇਸ ਪ੍ਰਕਾਰ ਆਸਾ ਤੋਂ ਨਿਰਾਸ਼ ਹੋ ਕੇ ਜੀਵਤ ਭਾਵ ਵੱਲੋਂ ਮਰੀਦਾ ਹੈ। ਇਹ ਜਿਹੜਾ ਸਵਾਲ ਸੀਗਾ, ਕਿਨ ਬਿਦ ਸਾਗਰ ਤਰੀਐ, ਜੀਵਤਿਆਂ ਨੇ ਮਰੀਐ ਰਹਾਓ। ਪਹਿਲੀ ਰਹਾਓ ਦਾ ਦੂਜੀ ਰਹਾਓ 'ਚ ਉੱਤਰ ਦਿੱਤਾ ਕਿ ਇੰਜ ਸੰਸਾਰ ਸਮੁੰਦਰ ਤੋਂ ਉਤਰੋ ਤੇ ਇੰਜ ਆਸਾ ਤੋਂ ਨਿਰਾਸ਼ ਹੋ ਕੇ ਜੀਵਤ ਭਾਵ ਵੱਲੋਂ ਮਰੀਦਾ ਹੈ। ਅੱਗੇ ਰਹਾਓ ਦੂਜਾ ਪੜ੍ਹਨਾ। ਰਹਾਉ ਦੂਜਾ। ਇਹ ਦੂਸਰਾ ਰਹਾਓ ਉਚਾਰਨ ਕਰਕੇ ਸਤਿਗੁਰੂ ਜੀ ਨੇ ਪਹਿਲੇ ਰਹਾਓ 'ਚ ਕਥਨ ਕੀਤੇ ਪ੍ਰਸ਼ਨ ਦਾ ਉੱਤਰ ਸਪਸ਼ਟ ਕੀਤਾ ਤੇ ਸਮਾਪਤੀ ਹੈ ਜੀ। ਇਹ ਸ਼ਬਦ ਦਾ ਕੀਰਤਨ ਰਾਗੀ ਭਾਈ ਹਰਜਿੰਦਰ ਸਿੰਘ ਜੀ, ਜਿਨ੍ਹਾਂ ਨੂੰ ਮੈਂ ਹਮੇਸ਼ਾ ਹੀ ਨਮਸਕਾਰ ਕਰਦਾ। ਕੱਲ ਪਰਸੋਂ ਮੈਂ ਉਹਨਾਂ ਦੇ ਵਿਚਾਰ ਸੁਣੇ, ਅਨੁਭਵ ਵੀ ਪਹਿਲਾਂ ਕਰਦਾ ਸੀਗਾ। ਇੰਨੇ ਉਹਨਾਂ ਦੇ ਗੁਰਬਾਣੀ ਪ੍ਰਤੀ ਸ਼ਰਧਾ ਵਾਲੇ ਵਿਚਾਰ ਸੁਣੇ ਤੇ ਮੈਂ ਹੈਰਾਨ ਰਹਿ ਗਿਆ। ਉਹਨਾਂ ਨੇ ਆਪ ਦੇ ਵਿਚਾਰ ਸਪਸ਼ਟ ਕੀਤੇ ਕਿ ਕੋਈ ਵੀ ਕਲਾਕਾਰ ਹੈ, ਕਥਾ ਕੀਰਤਨ ਕਰਦਿਆਂ ਗੁਰੂ ਜੀ ਦੇ ਦਰਬਾਰ ਵਿੱਚ, ਕੋਈ ਢਾਡੀ ਹੈ, ਕੋਈ ਰਾਗੀ ਹੈ, ਕੋਈ ਪ੍ਰਚਾਰਕ ਹੈ, ਆਪਦੀ ਕਲਾ ਨੂੰ ਸ਼ਬਦ ਦੇ ਉੱਪਰ ਹਾਵੀ ਨਾ ਹੋਣ ਦੇਵੇ। ਕਈ ਕਲਾਬਾਜ਼ੀਆਂ ਮਾਰਦੇ ਨੇ ਸਟੇਜ ਦੇ ਉੱਪਰ ਸੰਗਤ ਦੇ ਸਾਹਮਣੇ, ਲੋਕਾਂ ਦਾ ਧਿਆਨ ਜਾਂ ਤਾਂ ਜੋੜੀ ਵੱਲ ਜਾਂ ਬਾਜੇ ਵੱਲ ਜਾਂ ਉਲਟੇ ਸਿੱਧੇ ਤੇ ਢੋਲਕੀ ਚਮਟਿਆਂ ਵੱਲ। ਜਿਸ ਤਰ੍ਹਾਂ ਅੱਜ ਕੱਲ੍ਹ ਪ੍ਰਚਾਰਕਾਂ ਦਾ ਕੰਮ ਹੈ, ਗਾਉਣ ਵਾਲਿਆਂ ਵਾਂਗ ਵਾਹਵਾ 10-12 ਮਗਰ ਲਾ ਕੇ ਤੇ ਚੰਗੇ ਸਾਜ਼ਬਾਜ਼, ਉਹ ਧਿਆਨ ਸ਼ਬਦ 'ਚ ਨਹੀਂ ਜੁੜਦਾ। ਗਾਉਣ ਵਜਾਉਣ 'ਚ ਤੇ ਠਾ ਡਮ ਡਮ 'ਚੋਂ ਜ਼ਿਆਦਾ ਹੀ ਕੰਮ ਹੋ ਜਾਂਦਾ। ਤੋ ਕਲਾ ਨੂੰ ਕਹਿੰਦੇ ਸ਼ਬਦ 'ਤੇ ਹਾਵੀ ਨਾ ਹੋਣ ਦਿਓ। ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਹੋ, ਇਹਦੇ ਵਿੱਚ ਹੱਦੋਂ ਵੱਧ ਕਲਾ ਹੈ ਤੇ ਗਿਆਨ ਹੈ। ਤੁਕ ਲਗ ਮਾਤਰ ਸਿਆਰੀ ਕੰਨਾ, ਮਜਾਲ ਹੈ ਕਿਤੇ ਸਲਿੱਪ ਕੀਤੀ ਹੋਏ, ਬਿਲਕੁਲ ਗਿਣਤੀ ਮਿਣਦੀ। ਪਰ ਗੁਰੂ ਜੀ ਨੇ ਜ਼ਿਆਦਾ ਇਹਦੇ 'ਚ ਪ੍ਰੇਮ ਦਾ ਕਥਨ ਕੀਤਾ ਤੇ ਪ੍ਰਭੂ ਅਕਾਲ ਪੁਰਖ ਦੀ ਸ਼ਰਧਾ ਨੂੰ ਮੁੱਖ ਰੱਖਿਆ ਹੈ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇਹ ਵੀ ਇਸੇ ਤਰ੍ਹਾਂ ਹੀ ਹੈ। ਉਹਨਾਂ ਨੇ ਸ਼ਬਦ ਦਾ ਬੜੇ ਸੁੰਦਰ ਤਰੀਕੇ ਨਾਲ ਕੀਰਤਨ ਕੀਤਾ, ਸੋ ਵਧੀਆ ਤਰੀਕੇ ਨਾਲ ਵਿਆਖਿਆ ਕੀਤੀ ਹੈ। ਉਹ ਕਿਤੇ ਸਮਾਂ ਮਿਲਿਆ ਆਪ ਸੁਣਿਓ, ਖਿਮਾ ਕਰਨਾ ਜੀ। ਅੱਗੇ ਤੋਂ ਸਮਤ ਬਖਸ਼ਣੇ। ਆਸਾ ਭੀਤਰ ਰਹਿ ਨਿਰਾਸਾ, ਤਉ ਨਾਨਕ ਏਕ ਮਿਲੈ। ਇਨ ਬਿਦ ਸਾਗਰ ਤਰੀਐ, ਜੀਵਤ ਆਇਓ ਮਰੀਐ। ਰਹਾਉ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ। ਸਹਿਜ ਸੀਤੀ ਨਾਗ ਰਤਨ ਪਰਵਾਰ ਬਰੀਆਂ, ਸਬਦ ਗਾਵਣ ਆਈਆਂ, ਸਬਦੋ ਤਾਂ ਗਾਵੋ ਹਰੀ ਹੀਰਾ ਮਾਨ ਜੀ ਕੀ ਬਤਾਇਆ। ਕਹਿ ਨਾਨਕ ਆਨੰਦ ਹੋਗਾ, ਸਤਿਗੁਰੂ ਮੈਂ ਪਾਇਆ।